जय गुरुदेव जी। प्रेम बिना पामे नहीं, भले हुनर करे हजार। कहे प्रीतम प्रेम
बन फिरूं पैर मिला नहीं हो दर्द की मारी मैं बन बन फिरूं पैर मिला नहीं हो मीरा की तब पीर मुझे मीरा ਹਾਂਜੀ ਕਾਂਸ਼ੀ ਰੇੜੀ ਨਾਲ ਜੁੜ ਬੈਠੇ ਸਾਰੇ ਭੈਣਾਂ ਭਰਾਵਾਂ ਨੂੰ ਸੋਹਣ ਸਿੰਘ ਬਰਪੱਗਾ ਵੱਲੋਂ ਜੈ ਗੁਰਦੇਵ। ਮੇਰੇ ਵੱਲੋਂ ਵੱਡਿਆਂ ਨੂੰ ਸਤਿਕਾਰ, ਛੋਟਿਆਂ ਨੂੰ ਪਿਆਰ ਅਤੇ ਆਦਾਬ। ਅਤੇ ਜਿਸ ਤਰ੍ਹਾਂ ਕਿ ਆਪ ਜੀ ਨੂੰ ਪਤਾ ਹੈ ਹਰ ਸੰਡੇ ਮੈਂ ਪ੍ਰੋਗਰਾਮ ਜਾਗਰਤੀ ਕਰਦਾ ਅਤੇ ਇਹਦੇ ਵਿੱਚ ਜਿਹੜੇ ਸਾਡੇ ਧਾਰਮਿਕ ਜਾਂ ਸਮਾਜਿਕ ਮਸਲੇ ਆ ਜਾਂ ਕੋਈ ਗੁਰਪੁਰਬ ਆਉਂਦਾ ਹੈ ਅਤੇ ਉਹਨਾਂ ਬਾਰੇ ਮੈਂ ਆਪਣੇ ਸਮਾਜ ਦੇ ਲਈ ਕਰਨਾ ਕੁਛ ਚਾਹੁੰਦਾ ਹਾਂ ਅਤੇ ਕਰ ਰਿਹਾ ਹਾਂ ਕਾਫੀ ਦੇਰ ਤੋਂ। ਸੋ ਮੇਰਾ ਜਿਹੜਾ ਮਕਸਦ ਹੁੰਦਾ ਹੈ ਇਸ ਪ੍ਰੋਗਰਾਮ ਨੂੰ ਸਿਰਫ ਆਪਣੇ ਸਮਾਜ ਨੂੰ ਸਾਡਾ ਇਤਿਹਾਸ ਪਿੱਛੇ ਜਿਹੜਾ ਕਿ ਅਣਗੌਲਿਆ ਕੀਤਾ ਗਿਆ, ਸਾਡੇ ਕੋਈ ਇਤਿਹਾਸਕਾਰ ਹੋਣਾ ਕਿ ਸਾਨੂੰ ਪੜ੍ਹਨੇ ਨਹੀਂ ਸੀ ਦਿੰਦੇ ਅਤੇ ਹੁਣ ਇਹ ਸਾਡੇ ਸਾਹਮਣੇ ਆ ਰਿਹਾ ਅਤੇ ਬੜੇ ਭੁਲੇਖੇ ਆ। ਪਰ ਸਾਡੀ ਵੀ ਜਿਹੜੀ ਕੌਮ ਸੀ ਬੜੀ ਯੋਧਿਆਂ ਦੀ, ਬੜੀ ਸੂਰਬੀਰਾਂ ਦੀ ਕੌਮ ਸੀ। ਇਹਨਾਂ ਨੇ ਵੀ ਬੜੀਆਂ ਕੁਰਬਾਨੀਆਂ ਦਿੱਤੀਆਂ, ਬਹੁਤ ਕੁਛ ਕੀਤਾ, ਸਾਹਮਣੇ ਨਹੀਂ ਆਇਆ। ਜਿੰਨਾ ਵੀ ਆਇਆ ਹੈ ਉਹ ਸਾਡਾ ਫਰਜ਼ ਬਣਦਾ ਸਾਡੇ ਸਮਾਜ ਦਾ, ਸਾਡੇ ਬੁੱਧੀਜੀਵੀਆਂ ਦਾ ਕਿ ਅਸੀਂ ਇਹਨੂੰ ਅੱਗੇ ਲਿਆਈਏ। ਘੱਟੋ ਘੱਟ ਜਿਹੜੇ ਕਿ ਸਾਡੇ ਅਜੇ ਸਮਾਜ 'ਚ ਇੰਨੀ ਪੜ੍ਹਾਈ ਹੈ ਨਹੀਂ ਅਤੇ ਮੇਰਾ ਖਿਆਲ ਜਿਹੜਾ ਜਦੋਂ ਸੁਣਦੇ ਨਾ ਤੁਸੀਂ ਆਪਣੇ ਸਾਹਮਣੇ ਅਤੇ ਉਹਦੇ ਨਾਲ ਵੀ ਬੜਾ ਅਸਰ ਪੈਂਦਾ। ਕਿਤਾਬਾਂ ਹਰ ਇੱਕ ਨਹੀਂ ਪੜ੍ਹ ਸਕਦਾ, ਨਾ ਪੜ੍ਹਦੇ ਆ, ਟਾਈਮ ਨਹੀਂ ਹੈਗਾ ਅੱਜ ਕੱਲ੍ਹ। ਅਤੇ ਜਿੰਨਾ ਵੀ ਹੈ ਅਤੇ ਮੈਂ ਕੋਸ਼ਿਸ਼ ਕਰਦਾ ਕਿ ਜਿੰਨੀ ਕਿ ਮੈਨੂੰ ਸਤਿਗੁਰੂ ਰਵਿਦਾਸ ਮਹਾਰਾਜ ਨੇ ਮੈਨੂੰ ਸੋਝੀ ਦਿੱਤੀ ਹੈ ਅਤੇ ਮੈਂ ਉਹਦੇ ਅਨੁਸਾਰ ਇਹ ਆਪ ਜੀ ਅੱਗੇ ਪ੍ਰੋਗਰਾਮ ਲਿਆਉਂਦਾ। ਮੈਂ ਗਲਤ ਹੋ ਸਕਦਾ, ਮੈਂ ਵੀ ਇਨਸਾਨ ਹਾਂ ਅਤੇ ਸੋ ਆਪ ਜੀ ਦੇ ਮੈਂ ਚਰਨਾਂ ਦੀ ਧੂੜ ਹਾਂ ਅਤੇ ਬਖਸ਼ ਦੇਣਾ। ਅਤੇ ਆਓ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹ ਹੈ ਸਤਿਗੁਰੂ ਰਵਿਦਾਸ ਮਹਾਰਾਜ ਦੀ ਮਹਾਨ ਸੇਵਕ, ਮਹਾਨ ਸੰਤ ਮੀਰਾਂ ਬਾਈ ਜੀ। ਇਹਨਾਂ ਦੀ ਜੀਵਨੀ ਬਾਰੇ ਅੱਜ ਦੱਸਾਂਗੇ ਅਤੇ ਇਹਨਾਂ ਦਾ ਕਿੱਦਾਂ ਪ੍ਰੇਮ ਪਿਆ ਗੁਰੂ ਘਰ ਦੇ ਨਾਲ। ਇੱਕ ਉੱਚ ਜਾਤੀ ਠਾਕਰਾਂ ਦੀ, ਰਜਪੂਤਾਂ ਦੀ ਘਰ ਪੈਦਾ ਹੋ ਕੇ ਉਹਨੇ ਕਿੱਦਾਂ ਬਗਾਵਤ ਕੀਤੀ ਅਤੇ ਇਹ ਸਾਰਾ ਮੈਂ ਆਪ ਜੀ ਲਈ ਦੱਸਾਂਗਾ। ਮੈਂ ਕੋਲੋਂ ਨਹੀਂ ਲਿਖਾਂਦਾ, ਮੈਂ ਜੋ ਵੀ ਹਵਾਲੇ ਹਨ ਇਹਨਾਂ ਦੇ ਗ੍ਰੰਥਾਂ ਦੇ ਵਿੱਚ ਜਾਂ ਹੋਰ ਸਾਡੇ ਇਤਿਹਾਸ ਦੇ ਜਾਂ ਜਿਹੜੇ ਇਤਿਹਾਸਕਾਰ ਉਹਨਾਂ ਦੀਆਂ ਮੁੱਖ ਰੱਖ ਕੇ ਮੈਂ ਆਪ ਜੀ ਅੱਗੇ ਲਿਆਵਾਂਗਾ। ਇਹ ਤੋਂ ਜਾਣ ਤੋਂ ਪਹਿਲਾਂ ਰੇਡੀਓ ਕਾਂਸ਼ੀ ਵਾਲਿਆਂ ਦੀ ਇੱਕ ਸੁਨੇਹਾ ਸੁਣ ਲਈਏ, ਫਿਰ ਅੱਗੇ। ਤੁਸੀਂ ਸੁਣ ਰਹੇ ਹੋ ਜਾਗਰਤੀ ਪ੍ਰੋਗਰਾਮ ਸੋਹਣ ਸਿੰਘ ਬਰਪਾਗਾ ਦੇ ਨਾਲ। ਇਹ ਕੋਚ ਭਰਪੂਰ ਪ੍ਰੋਗਰਾਮ ਸੋਸ਼ਲ ਐਂਡ ਰਿਲੀਜੀਅਸ ਸਬਜੈਕਟ ਤੇ ਹੁੰਦਾ ਹੈ ਹਰ ਸੰਡੇ ਸ਼ਾਮ 5 ਵਜੇ। Please listen to this program every Sunday at 5 p.m.
ਕਾਂਸ਼ੀ ਰੇਡੀਓ ਤੁਸੀਂ ਸੁਣ ਰਹੇ ਹੋ ਤੁਹਾਡਾ ਆਪਣਾ ਚੈਨਲ ਕਾਂਸ਼ੀ ਰੇਡੀਓ। ਦੋਸਤੋ ਹੁਣ ਤੁਸੀਂ ਸਾਡੇ ਸਾਰੇ ਪ੍ਰੋਗਰਾਮ ਸਾਡੀ ਵੈਬਸਾਈਟ www.kanchiradio.com ਤੇ ਆਨਲਾਈਨ ਹੋ ਕੇ ਵੀ ਦੇਖ ਸਕਦੇ ਹੋ ਤੇ ਨਾਲ ਹੀ ਫੇਸਬੁੱਕ ਤੇ ਲਾਈਵ ਵੀ ਦੇਖ ਸਕਦੇ ਹੋ। ਹਾਂਜੀ ਬਿਲਕੁਲ ਜੀ, ਤੁਸੀਂ ਸਹੀ ਸੁਣਿਆ, ਠੀਕ ਸੁਣਿਆ। ਕਾਂਸ਼ੀ ਰੇਡੀਓ ਇਹ ਬੜਾ ਉਪਰਾਲਾ ਕਰ ਰਿਹਾ ਹੈ। ਇਹਨਾਂ ਪ੍ਰਬੰਧਕਾਂ ਦਾ ਬਹੁਤ ਦਿਲੋਂ ਧੰਨਵਾਦ ਹੈ। ਬੜਾ ਟਾਈਮ ਡਿਵੋਟ ਕਰਦੇ ਹੈ ਅਤੇ ਇਹ ਬੜੀ ਐਫਰਟਸ ਇਹਨਾਂ ਦੀ ਆਪਣੇ ਸਮਾਜ ਨੂੰ ਜਾਗਰਤ ਕਰਦੇ ਹਨ ਅਤੇ ਮੈਂ ਇਹਨਾਂ ਦਾ ਬੜਾ ਧੰਨਵਾਦ ਕਰਦਾ ਹਾਂ। ਮੈਂ ਆਪ ਜੀ ਨੂੰ ਬੇਨਤੀ ਕਰਦਾ ਹਾਂ ਕਿ ਇਹਨਾਂ ਦੇ ਇਹ ਕਾਂਸ਼ੀ ਰੇਡੀਓ ਸਪੋਰਟ ਕਰੋ ਹਰ ਇੱਕ ਪਾਸੋਂ, ਮਨੀ ਵਾਈਜ਼ ਵੀ ਅਤੇ ਹੋਰ ਵੀ ਤੁਸੀਂ ਹਿੱਸਾ ਲੈਣਾ ਜਾਂ ਕੋਈ ਪ੍ਰੈਜੈਂਟਰ ਬਣਨਾ ਚਾਹੁੰਦੇ ਆ ਅਤੇ ਜ਼ਰੂਰ ਕਰੋ। ਅਤੇ ਇਹ ਬਹੁਤ ਵਧੀਆ ਕੰਮ ਕਰ ਰਹੇ ਹਨ ਅਤੇ ਸੱਚਾ ਪਾਤਸ਼ਾਹ ਦਾ ਤਾਰ ਇਹਨਾਂ 'ਤੇ ਮਿਹਰ ਭਰਿਆ ਹੱਥ ਰੱਖੇ। ਅਤੇ ਸਭ ਤੋਂ ਪਹਿਲਾਂ ਮੈਂ ਪਹਿਲਾਂ ਜਿਹੜੇ ਮੇਰੇ ਨਾਲ ਆਲਰੇਡੀ ਜੁੜ ਚੁੱਕੇ ਹਨ, ਕਿਰਨ ਸ਼ੀਮਾਰ ਜੀ, ਬੀਬੀ ਕ੍ਰਿਸ਼ਨਾ, ਅਰਵਿੰਦ ਕਟਾਰੀਆ ਜੀ ਦਿੱਲੀ ਤੋਂ, ਤੁਹਾਡਾ ਬਹੁਤ ਧੰਨਵਾਦ। ਤੁਸੀਂ ਤਾਂ ਹੁਣ ਟਾਈਮ ਵੀ ਬਹੁਤ ਹੋ ਗਿਆ, ਤੁਸੀਂ ਜਾਗਦੇ ਹੀ ਅਜੇ। ਅਤੇ ਮਨਜੀਤ ਸ਼ੀਮਾਰ ਜੀ ਅਤੇ ਸਤੀਸ਼ ਕੁਮਾਰ ਜੀ ਅਤੇ ਅਜੇ ਹੋਰ ਵੀ ਜਿਹੜੇ ਜੁੜੇ ਮੈਂ ਨਾਮ ਬੋਲਾਂਗਾ ਅਤੇ ਆਪ ਸਭ ਨਾਂ ਦਾ ਬਹੁਤ ਹੀ ਤਹਿ ਦਿਲੋਂ ਧੰਨਵਾਦ ਹੈ। ਤੁਸੀਂ ਪ੍ਰੋਗਰਾਮ ਰੱਖਿਆ ਅਤੇ ਆਓ ਅੱਜ ਅਸੀਂ ਸੰਤ ਮੀਰਾ ਬਾਈ ਦੇ ਬਾਰੇ ਜ਼ਿਕਰ ਕਰਨਾ ਹੈ। ਮੈਂ ਆਪਣੀ ਉਮਰ ਦੇ ਲਿਹਾਜ਼ ਤੋਂ 40-50 ਸਾਲ ਪਹਿਲਾਂ ਰੇਡੀਓ 'ਤੇ ਇੱਕ ਆਲ ਇੰਡੀਆ ਰੇਡੀਓ ਹੁੰਦਾ ਸੀ ਚੱਲਦਾ, ਅਤੇ ਉਹ 'ਤੇ ਭਜਨ ਚੱਲਦੇ ਹੁੰਦੇ ਸੀ, ਰੀ ਮੈਂ ਤੋਂ ਪ੍ਰੇਮ ਦੀਵਾਨੀ, ਮੇਰਾ ਦਰਦ ਨਾ ਜਾਣੇ ਕੋਏ, ਇੱਦਾਂ ਦੇ, ਪਾਇਓ ਰੇ ਪਾਇਓ, ਰਾਮ ਰਤਨ ਧਨ ਪਾਇਓ। ਅਤੇ ਬੜੀ ਮਧੁਰ ਆਵਾਜ਼ ਹੁੰਦੀ ਸੀ। ਬੜਾ ਹੀ ਇਹ ਨਹੀਂ ਸੀ ਪਤਾ ਵੀ ਇਹ ਮੀਰਾ ਬਾਈ ਕੌਣ ਆ, ਇਹ ਕੌਣ ਹੈ ਇੰਨੀ ਵੱਡੀ ਸੰਤ ਜਿਹੜੀ ਹੋਈ, ਜਿਹੜੇ ਕਿ ਇੰਨੇ ਭਜਨ ਵੱਜਦੇ ਆ। ਅਤੇ ਮੀਰਾ ਬਾਈ ਦੀ ਫਿਲਮਾਂ ਵੀ ਬਣੀਆਂ ਕਾਫੀ ਅਤੇ ਲਿਟਰੇਚਰ ਵੀ ਕਾਫੀ ਉਪਲਬਧ ਹੈ। ਅਤੇ ਸਾਨੂੰ ਜਿਹੜੇ ਫਿਰ ਮੈਂ ਇਹਨਾਂ ਦੀ ਪੜ੍ਹ ਕੇ ਮੈਂ ਦੇਖਿਆ ਵੀ ਜਿਹੜਾ ਜਿੰਨਾ ਸਤਿਗੁਰੂ ਰਵਿਦਾਸ ਮਹਾਰਾਜ ਨੂੰ ਇਹ ਕਿੱਦਾਂ ਉਪਾਸ਼ਕ ਬਣੀ ਅਤੇ ਇਹਨੇ ਕਿੱਦਾਂ ਦੁੱਖ ਸਹਿ, ਕਿਉਂਕਿ ਇੱਕ ਚਮਾਰ ਨੂੰ ਗੁਰੂ ਧਾਰਨਾ, ਚਮਾਰ ਸੰਤ ਨੂੰ ਉਸ ਵੇਲੇ ਜਿਹੜੇ ਇਹ ਠਾਕੁਰ ਆਪਣੇ ਆਪ ਨੂੰ ਕਸ਼ਤਰੀ ਲੋਕ ਇੱਕ ਬੜੀ ਆਪਣੀ ਤੋਹੀਨ ਸਮਝਦੇ ਸੀ ਭਈ ਇਹਦਾ ਹੋ ਨਹੀਂ ਸਕਦੀ, ਪਰ ਉਹਨਾਂ ਜ਼ੁਲਮਾਂ ਦਾ ਟਾਕਰਾ ਕਰਕੇ ਉਹਨੂੰ ਉਹਦਾ ਜਿਹੜਾ ਰਹਿਬਰ ਮਿਲ ਪਿਆ ਅਤੇ ਉਹ ਤਾਂ ਬਲਿਹਾਰੇ ਜਾਂਦੀ ਸੀ। ਅਤੇ ਉਹਦੇ ਬਾਰੇ ਅੱਜ ਸਾਰਾ ਕਰਨਾ ਹੈ। ਤੁਸੀਂ ਜੇ ਕੋਈ ਫੋਨ ਕਰਨਾ ਹੈ ਤਾਂ ਮੇਰਾ ਨੰਬਰ ਹੈ ਇਸ ਜਿੱਥੇ ਮੈਂ ਪ੍ਰੋਗਰਾਮ ਕਰ ਰਿਹਾ ਹਾਂ, ਤੁਸੀਂ ਵਟਸਐਪ 'ਤੇ ਵੀ ਕਰ ਸਕਦੇ ਹੋ। UK ਦਾ ਨੰਬਰ ਹੈ ਜੀ ਇਹ 07460181798 ਅਤੇ 7460-181-798 ਅਤੇ ਤੁਸੀਂ ਕਰ ਸਕਦੇ ਹੋ। ਅਤੇ ਇਤਿਹਾਸ ਦੇ ਵਿੱਚ ਜੇ ਨਿਗਾਹ ਮਾਰੀਏ ਤਾਂ ਗੁਰੂ ਰਵਿਦਾਸ ਜੀ ਦੇ ਸੇਵਕ 52 ਨਾਮੀ ਸੇਵਕ ਜਿਹੜੇ ਟੌਪ ਦੇ ਜਿਹਦੇ ਰਾਜੇ ਰਾਣੀਆਂ ਹੋਰ ਵੱਡੇ ਵੱਡੇ ਸੰਤ ਹੋਏ ਹਨ ਅਤੇ ਇਹ ਹੋਏ ਹਨ। ਅਤੇ ਇਹਨਾਂ ਵਿੱਚ ਮੈਂ ਮੋਟੇ ਨਾਂ ਲੈ ਦਿੰਦਾ ਜਿਹੜੇ ਮੇਨ ਹਨ। ਮੀਰਾ ਬਾਈ ਜੀ, ਕਰਮਾ ਬਾਈ ਜੀ, ਝਾਲਾ ਬਾਈ ਜੀ, ਇਹ ਮੀਰਾ ਬਾਈ ਦੀ ਸੱਸ ਸੀਗੀ, ਬੀਬੀ ਭਾਨਮਤੀ, ਰਾਜਾ ਨਾਗਰਮਲ, ਰਾਣਾ ਸਾਂਗਾ, ਸਿਕੰਦਰ ਲੋਧੀ, ਅਬਦਾਲੀ ਪਾਤਸ਼ਾਹ, ਬਾਬਾ ਸਦਨਾ ਜੀ, ਬਾਬਾ ਪੀਪਾ ਜੀ, ਬਾਬਾ ਗੋਰਖਨਾਥ ਜੀ ਅਤੇ ਸਤਿਗੁਰੂ ਕਬੀਰ ਸਾਹਿਬ। ਇਹ ਜਿਹੜੇ ਨਾਮੀ ਜਿਹੜੇ ਮੇਨ ਹੋਏ ਆ ਗੁਰੂ ਸਾਹਿਬ ਦੇ ਜਿਹੜੇ ਸੇਵਕ ਹੋਏ ਆ, ਅਤੇ ਇਹ ਉਹਨਾਂ ਦਾ ਨਾਂ ਜਿਹੜਾ ਜ਼ਿਕਰ ਕਰਨਾ। ਅਤੇ ਮੈਂ ਤੁਹਾਨੂੰ ਆਪ ਦੱਸਦਾ ਵੀ ਸੰਤ ਮੀਰਾ ਬਾਈ ਗੁਰੂ ਜੀ ਦੀ ਇੱਕ ਉਹ ਸੇਵਕ ਹੋਈ ਹੈ ਜਿਹਨੇ ਅੱਜ ਤੋਂ 621 ਸਾਲ ਬਾਅਦ ਪਹਿਲਾਂ ਹੀ ਗੁਰੂ ਰਵਿਦਾਸ ਜੀ ਨੂੰ ਪੂਰਾ ਗੁਰੂ ਇਹਨੇ ਆਪਣੀਆਂ ਜਿਹੜੀਆਂ ਰਚਨਾਵਾਂ ਹੈ ਨਾ, ਇਹਦੀ ਬਾਣੀ ਹੈ ਮੀਰਾ ਬਾਈ ਦੀ, ਉਹਦੇ ਵਿੱਚ ਇਹਨੇ ਕਹਿਤਾ ਸੀ ਅੱਜ ਤੋਂ 621 ਸਾਲ ਪਹਿਲਾਂ, ਗੁਰੂ, ਪੂਰਾ ਗੁਰੂ, ਸਤਿਗੁਰੂ, ਗੋਬਿੰਦ, ਇਹ ਸ਼ਬਦਾਂ ਦੇ ਨਾਲ ਕਹਿ ਕੇ ਗੁਰੂ ਜੀ ਨੂੰ ਵਡਿਆਇਆ ਹੈ। ਜਿਹੜੇ ਕਿ ਅੱਜ ਬੜਾ ਰੌਲਾ ਪਾ ਰਹੇ ਵੀ ਇਹਨੂੰ ਗੁਰੂ ਗੱਦੀ ਕਿਹਨੇ ਦਿੱਤੀ ਹੈ। ਉਹ ਇਹ ਗੁਰੂ ਗੱਦੀ ਤਾਂ ਬਹੁਤ ਸਦੀਆਂ ਪਹਿਲਾਂ ਮਿਲ ਗਈ ਸੀ। ਮਹਾਰਾਜ ਤਾਂ ਇੰਨੇ ਕਰਨੀ ਵਾਲੇ ਸੀਗੇ, ਇੰਨੇ ਉਹਨਾਂ 'ਤੇ ਪਰਮਾਤਮਾ ਦੀ ਦਇਆ ਸੀ, ਉਹ ਖੁਦ ਪਰਮਾਤਮਾ ਦਾ ਰੂਪ ਸੀਗੇ। ਦੇਖ ਲਓ ਅੱਜ ਤੋਂ ਕਿੰਨੇ 600 ਸਾਲ ਦੇ ਪਹਿਲਾਂ ਜਿਹੜੇ ਅੱਜ ਕੱਲ੍ਹ ਦੇ ਜਿੱਥੇ ਕਿ ਇਸ ਵੇਲੇ ਮਹਾਰਾਜ ਬੈਠੇ ਆ ਜਿਸ ਸਿੰਘਾਸਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ,
ਉਹਨੂੰ ਵੀ ਮੰਨਣ ਵਾਲੇ ਇੱਦਾਂ ਦੇ ਕੁਐਸਚਨ ਕਰਦੇ ਆ ਵੀ ਇਹਨੂੰ ਗੁਰਗੱਦੀ ਕਿਉਂ ਦਿੱਤੀ ਸੀ। ਸੋ ਇਹ ਮੈਂ ਖਾਸ ਤੌਰ 'ਤੇ ਜ਼ਿਕਰ ਕਰਨਾ ਹੈ ਕਿ ਸਾਡਾ ਜਿਹੜਾ ਇਤਿਹਾਸ ਹੈ, ਸਾਡਾ ਜਿਹੜਾ ਬਾਬਾ ਬਹੁਤ ਹੀ ਗ੍ਰੇਟ ਸੀ ਅਤੇ ਗੁਰਬਾਣੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਕਿਸੇ ਹੋਰ ਨਾਂ ਦੀ ਇਹਨਾਂ ਦਾ ਨਾਮ ਲੈ ਕੇ ਗੁਰੂਆਂ ਨੇ ਇਹਨਾਂ ਦੀ ਸਿਫਤ ਕੀਤੀ ਹੈ। ਸੋ ਇਹ ਕਿੱਡਾ ਵੱਡਾ ਮਹਾਂਪੁਰਸ਼ ਹੋਏ ਨੇ, ਅਤੇ ਜਿਹੜੀ ਕਿ ਮੇਰੇ ਵਰਗਾ ਤਾਂ ਇਹਨਾਂ ਦੀ ਸਿਫਤ ਵੀ ਨਹੀਂ ਕਰਦਾ, ਮੈਨੂੰ ਲਫ਼ਜ਼ ਨਹੀਂ ਲੱਭਦੇ ਮੈਂ ਇਸ ਸਤਿਗੁਰੂ ਦੇ ਕਿੱਦਾਂ ਬਿਆਨ ਕਰਾਂ। ਸੋ ਜਿਹੜੀ ਮੀਰਾ ਬਾਈ ਹੈ, ਜਦੋਂ ਇਹ 1498 ਈਸਵੀ ਦੇ ਵਿੱਚ ਇਹਦਾ ਜਨਮ ਹੋਇਆ ਅਤੇ ਮੇਰਾ ਖਿਆਲ 1604 ਦੇ ਵਿੱਚ ਇਹਨਾਂ ਦੀ ਦੱਸਿਆ ਜਾਂਦਾ ਹੈ ਮੌਤ ਹੋ ਗਈ ਹੈ। ਬਹੁਤ ਥੋੜ੍ਹੀ ਉਮਰ ਸੀ। ਅਤੇ ਮੀਰਾ ਬਾਈ ਇਹ ਕਿੱਦਾਂ ਫਿਰ ਦੇਖੋ ਇਹ ਪੈਦਾ ਕਿਹੜੇ ਘਰਾਣੇ 'ਚ ਹੋਈ, ਕਿੱਦਾਂ ਹੋਈ ਸਾਰੇ, ਅਤੇ ਕਿੱਦਾਂ ਜਦੋਂ ਇਹ ਪੈਦਾ ਹੋਈ ਮੀਰਾ ਬਾਈ, ਤੁਹਾਨੂੰ ਪਤਾ ਜਿਹੜਾ ਸਨਾਤਨ ਧਰਮ ਆ, ਹਿੰਦੂ ਧਰਮ ਆ, ਉਹਦੇ ਵਿੱਚ ਇਹਦੀ ਜਿਹੜੀ ਫੈਮਿਲੀ ਸੀ ਸਾਰੀ ਕ੍ਰਿਸ਼ਨ ਮਹਾਰਾਜ ਨੂੰ ਮੰਨਦੀ ਸੀ। ਪੂਰੇ ਸੰਸਕਾਰ ਜਿਹੜੇ ਆ ਸਨਾਤਨ ਧਰਮ ਦੇ ਉਹਦੇ ਵਿੱਚ ਇਹਨੂੰ ਪਾਲਿਆ ਪੋਸਿਆ, ਸਾਰੇ ਤਰ੍ਹਾਂ ਨਿਪੁੰਨ ਕੀਤਾ। ਥੋੜ੍ਹੀ ਜਿਹੀ ਮੈਂ ਆਪ ਨੂੰ ਜੀ ਨੂੰ ਦੱਸ ਦੇਵਾਂ ਕਿ ਇਸ ਜਿਹੜੇ ਸਨਾਤਨ ਧਰਮ ਦੇ ਸੰਸਕਾਰ ਜਿਹਨਾਂ ਨੂੰ ਕਹਿੰਦੇ ਆ, ਇਹ 16 ਪ੍ਰਕਾਰ ਦੇ ਆ, ਅਤੇ ਮੈਂ ਉਹਨਾਂ 'ਤੇ ਜ਼ਿਕਰ ਮਾੜਾ ਜਿਹਾ ਤੁਹਾਨੂੰ ਦੱਸਣ ਦੇ ਕਰਦਾ ਹਾਂ। ਅਤੇ ਇਹ ਜਿਹੜੇ ਸੰਸਕਾਰ ਆ ਮਨੁੱਖ ਦੇ ਜੰਮਣ ਤੋਂ ਪਹਿਲੇ ਸ਼ੁਰੂ ਹੋ ਜਾਂਦੇ ਅਤੇ ਈਵਨ ਮਰਨ ਦੇ ਬਾਅਦ ਤੱਕ ਵੀ ਇਹ ਚੱਲਦੇ ਆ ਸੰਸਕਾਰ ਜਿਹੜੇ ਆ। ਪਹਿਲਾ ਇਹਨਾਂ ਦਾ ਸੰਸਕਾਰ ਹੈਗਾ ਜਨਮ ਲੈਣ ਤੋਂ ਪਹਿਲਾਂ ਗਰਭ ਧਾਰਨ ਸਮੇਂ ਪਤੀ ਪਤਨੀ ਖੁਸ਼ ਹੋਣ ਅਤੇ ਚੰਗਾ ਭੋਜਨ ਕਰਨ, ਅਤੇ ਤਾਂ ਫਿਰ ਇਹਨੂੰ ਕਹਿੰਦੇ ਆ ਗਰਭਦਾਨ ਸੰਸਕਾਰ, ਤਾਂ ਕਿ ਗਾਹਾਂ ਜਿਹੜੀ ਔਲਾਦ ਉਹ 'ਤੇ ਬੜਾ ਅਸਰ ਪੈਂਦਾ। ਸੋ ਮੀਰਾ ਬਾਈ ਜਿਹੜੀ ਸੀ, ਜਦੋਂ ਇਹਦੀ ਮਾਂ ਪ੍ਰੈਗਨੈਂਟ ਹੋਈ ਆ ਅਤੇ ਉਹ ਜਦੋਂ ਪਤਾ ਲੱਗਾ ਘਰਦਿਆਂ ਨੂੰ ਵੀ ਹੁਣ ਇਹ ਗਰਭਵਤੀ ਹੋ ਗਈ ਹੈ, ਤਾਂ ਉਹਨੂੰ ਮੰਦਰ ਲਿਜਾਣਾ, ਉੱਥੇ ਦੂਸਰੇ ਗੀਤਾ ਦੇ ਪਾਠ, ਰਮਾਇਣ ਅਤੇ ਹੋਰ ਜਿਹੜੇ ਪਾਠ ਜਿਹੜੇ ਸਨਾਤਨ ਧਰਮ ਦੇ ਮੇਨ ਉਹ ਉਹਨੂੰ ਸੁਣਾਉਣੇ, ਤਾਂ ਕਿ ਉਹ ਜਿਹੜੀ ਆ ਉਹਦਾ ਅਸਰ ਆਉਣ ਵਾਲੇ ਬੱਚੇ 'ਤੇ ਪਵੇ। ਇਹਨਾਂ ਦੇ ਸੋਚ ਇਹ ਹੈਗਾ ਜੀ ਗਰਭਦਾਨ ਸੰਸਕਾਰ। ਫਿਰ ਹੈਗਾ ਦੂਜਾ ਪੁਨਸਬਾਨ ਸੰਸਕਾਰ। ਇਹ ਗਰਭ ਧਾਰਨ ਦੇ 2-3 ਮਹੀਨੇ ਦੇ ਬਾਅਦ ਸ਼ੁਰੂ ਹੁੰਦਾ ਹੈ। ਇਹਦੇ ਵਿੱਚ ਵੀ ਪਾਠ ਪੂਜਾ, ਗਾਇਤਰੀ ਮੰਤਰ ਵਗੈਰਾ ਸੁਣਾਇਆ ਜਾਂਦਾ ਹੈ ਉਸ ਮਾਂ ਨੂੰ, ਤਾਂ ਕਿ ਉਹਦੇ ਥਰੂ ਉਹਦੇ ਜਿਹੜਾ ਅੰਦਰ ਬੱਚਾ ਪੇਟ 'ਚ ਪਲ ਰਿਹਾ ਉਹਨੂੰ ਪਹੁੰਚ ਜਾਵੇ। ਫਿਰ ਹੈਗਾ ਸੀਮੰਤਨਯਨ ਸੰਸਕਾਰ। ਇਹ ਹੈਗਾ ਜਦੋਂ ਗਰਭ ਜਿਹੜਾ 6ਵੇਂ ਤੋਂ 8ਵੇਂ ਮਹੀਨੇ ਦੇ ਵਿੱਚ ਪਹੁੰਚ ਜਾਂਦਾ ਹੈ, ਅਤੇ ਉਹਦੇ ਵਿੱਚ ਬੱਚਾ ਕੁਛ ਸਿੱਖਣ ਦੇ ਉਹਦੇ ਜਿਹੜੇ ਜਿੰਨੇ ਵੀ ਅੰਗ ਹੈ ਨਾ ਥੋੜ੍ਹੇ ਜਿਹੇ ਨੋਰਮਲ ਹੋਣੇ ਸ਼ੁਰੂ ਹੋ ਜਾਂਦੇ ਹਨ। ਚੌਥਾ ਹੈਗਾ ਜੀ ਜਾਤ ਕਰਮ ਸੰਸਕਾਰ। ਅਤੇ ਇਹ ਬੱਚਾ ਜਦੋਂ ਪੈਦਾ ਹੁੰਦਾ ਨਾ, ਉਸ ਵੇਲੇ ਉਹਨੂੰ ਪੋਟਰੀ ਦਿੱਤੀ ਜਾਂਦੀ ਹੈ, ਸ਼ਾਇਦ ਤੁਹਾਨੂੰ ਬਹੁਤਿਆਂ ਨੂੰ ਪਤਾ ਹੁੰਦਾ, ਪੋਟਲੀ ਗੁੜਤੀ ਵੀ ਉਹਨੂੰ ਕਹਿੰਦੇ ਆ, ਅਤੇ ਉਹ ਘਿਓ ਦੇ ਵਿੱਚ ਜਾਂ ਸ਼ਹਿਦ ਦੇ ਵਿੱਚ ਉਹਨੂੰ ਚਟਾਉਂਦੇ ਆ ਉਸ ਬੱਚੇ ਨੂੰ। ਅਤੇ ਚਟਾਉਂਦੇ ਕਿਹਦੇ ਤੋਂ ਆ, ਉਹ ਇੱਕ ਕਾਫੀ ਲਰਨਡ ਬੰਦਾ ਹੋਵੇ, ਪੜ੍ਹਿਆ ਲਿਖਿਆ ਹੋਵੇ, ਪੰਡਤ ਹੋਵੇ, ਉੱਚ ਕੁਲ ਦਾ ਹੋਵੇ, ਅਤੇ ਇਹ ਹੈਗਾ ਜੀ ਜਾਤ ਕਰਮ ਸੰਸਕਾਰ। ਇਹਦੇ ਵਿੱਚ ਮੈਂ ਤੁਹਾਨੂੰ ਆਪਣੀ ਬੜੀ ਇੰਟਰਸਟਿੰਗ ਦੱਸਦਾ। ਜਦੋਂ ਮੈਂ ਯੰਗ ਸੀ, ਸਾਨੂੰ ਨੌਕਰੀ ਮਿਲ ਗਈ ਮੇਰਠ ਯੂਪੀ ਦੇ ਵਿੱਚ। ਉੱਥੇ ਸ਼ੂਆ ਸਾਹਿਬ ਇਤਨੀ ਸੀਗੀ ਜ਼ੋਰਾਂ 'ਤੇ ਪੁੱਛੋ ਨਾ, ਕੋਈ ਕਮਰਾ ਨਹੀਂ ਸੀ ਮਿਲਦਾ ਸਾਨੂੰ। ਜੋਬ ਤਾਂ ਮਿਲ ਗਈ ਪਰ ਕਮਰਾ ਨਹੀਂ ਸੀ ਦਿੰਦਾ ਵੀ ਕੋਈ। ਅਤੇ ਮੈਨੂੰ ਕਿਸੇ ਨੇ ਕਿਹਾ ਵੀ ਤੂੰ ਜਾਤ ਗਲਤ ਦੱਸਣੀ ਆ ਤਾਂ ਤੈਨੂੰ ਕਮਰਾ ਮਿਲਣਾ। ਸੋ ਮੈਂ ਇੱਕ ਜਗ੍ਹਾ ਗਿਆ ਉਹ ਪੰਡਤਾਂ ਦੇ ਘਰ, ਅਤੇ ਉਹਨੇ ਮੈਨੂੰ ਕਮਰਾ ਦੇ ਦਿੱਤਾ। ਜਾਤ ਪੁੱਛੀ, ਮੈਂ ਕਿਹਾ ਜੀ ਅਸੀਂ ਸੈਣੀ ਹੁੰਦੇ ਆ। ਉਹ ਸੈਣੀ ਕਹਿੰਦੇ ਕੌਣ ਹੁੰਦੇ? ਮੈਂ ਕਿਹਾ ਜੀ ਜੱਟਾਂ ਵਾਂਗੂ ਹੁੰਦੇ ਆ, ਖੇਤੀ ਕਰਦੇ ਆ। ਅਤੇ ਉਹਨੇ ਮੈਨੂੰ ਖੈਰ ਕਮਰਾ ਦੇ ਦਿੱਤਾ। ਅਤੇ ਉਹਨਾਂ ਦੇ ਘਰ ਉਹਨਾਂ ਦੀ ਲੜਕੀ ਪਹਿਲੀ ਵਾਰੀ ਉਹਦੇ ਬੱਚਾ ਬੱਚੀ ਹੋਣਾ ਸੀ, ਘਰ ਆਈ ਹੋਈ ਸੀ। ਅਤੇ ਖੈਰ ਮੈਂ ਸੁੱਤਾ ਪਿਆ ਇੱਕ ਰਾਤ, ਅੱਧੀ ਕੁ ਰਾਤ ਨੂੰ ਮੇਰਾ ਦਰਵਾਜ਼ਾ ਖੜਕਾਇਆ ਉਹਨਾਂ ਦੇ ਮੁੰਡੇ ਨੇ, ਭਾਈ ਸਾਹਿਬ ਉੱਠੋ ਉੱਠੋ। मैं डर गया, मैं पता नहीं की हो गया। मैं क्या कहता, हमारी बहन के लड़का हुआ है, बाबू जी ने आपको जल्दी बुलाया। मैं फिर भी समझा भी मैनू क्यों बुलाया उन्हें। तो खैर जो मैं गया तो वह बच्चे नूं लैके बैठे तो पोतली वो जी गुड़ती वो एक थाली दे विच एक लाल परना लाल रंग का टावल जिन्हों कहते हैं तो ठूठी इदां दी कई कुछ पिया सी। ते मैनू कहंदे जी सोहन सिंह इसको गुड़ती देनी है। मैंने कहा जी देखो मैं पंजाबी हूँ तो मुझे तो आपके रीति रिवाज पता नहीं, अगर मुझे आप एक्सप्लेन कर दें तो बच्चा है। उसने कहा देखो ये गुड़ती होती है जब हमारे बच्चा पैदा होता है तो हम उससे गुड़ती दवाते हैं जो ऊंची कुल का हो, ऊंची जात का हो। तो मेरे पैरों जो मिट्टी निकले, मैं कहा हथ मारे गए। पढ़ा लिखा हो, बगैर पढ़ाई सी मेरे को,
ਅੱਛੇ ਸੁਭਾਅ ਕਾ ਹੋ, ਇੱਦਾਂ ਦੇ ਦੱਸੇ। ਅਤੇ ਕਹਿੰਦੇ ਤੁਸੀਂ ਪਿਆਰ ਦਿਓ ਬੱਚੇ ਨੂੰ ਅਤੇ ਨਾਲੇ ਗੁੜਤੀ ਦੇ ਦਿਓ। ਅਤੇ ਮੈਨੂੰ ਮੇਰੇ ਕੋਲ ਚੋਇਸ ਕੋਈ ਨਹੀਂ ਸੀ ਵੀ ਮੈਂ ਤਾਂ ਗੁਰਦਾਸ ਮਹਾਰਾਜ ਵਾਲੀ ਕਾਲਜ 'ਚੋਂ ਸੋ ਮੈਂ ਜੀ ਉਹਨੂੰ ਜਿੱਦਾਂ ਉਹਨੇ ਕਿਹਾ ਮੈਂ ਉੱਦਾਂ ਕਰਤਾ। ਅਤੇ ਉਹਨੇ ਫਿਰ ਮੈਨੂੰ ਉਸ ਵੇਲੇ 5 ਰੁਪਈਏ ਅਤੇ ਇੱਕ ਤੌਲੀਆ ਦਿੱਤਾ। ਉਸ ਵੇਲੇ 5 ਰੁਪਏ ਦੀ ਬਹੁਤ ਕੀਮਤ ਹੁੰਦੀ ਸੀ। ਸੋ ਮੈਨੂੰ ਘਟਨਾ ਯਾਦ ਹੈ। ਸੋ ਇਹ ਹੈ ਜੀ ਜਾਤਕਰਨ ਸੰਸਕਾਰ ਇਹਨੂੰ ਕਹਿੰਦੇ ਆ, ਅਤੇ ਬੱਚੇ ਨੂੰ ਗੁੜਤੀ ਦਿੰਦੇ ਹਨ। ਫਿਰ ਹੈਗਾ ਨਾਮਕਰਨ ਸੰਸਕਾਰ। ਇਹ ਕੁੰਡਲੀ ਬਣਦੀ ਨਾ 11ਵੇਂ ਦਿਨ, ਉਹਨੂੰ ਕਹਿੰਦੇ ਨਾਮਕਰਨ ਸੰਸਕਾਰ। ਇਹ ਸੰਸਕਾਰ ਜਿੰਨੇ ਵੀ ਇਹਦੇ ਵਿੱਚ ਜਿਹੜਾ ਬ੍ਰਾਹਮਣ ਜਾਂ ਪ੍ਰੋਹਤ ਉਹ ਆਉਂਦਾ ਸੀ, ਦਕਸ਼ਣਾ ਲੈਂਦਾ ਸੀ, ਪਾਠ ਕਰਦਾ ਸੀਗਾ। ਇਹ ਇੱਕ ਤਾਂ ਰੋਟੀ ਰੋਜੀ ਦਾ ਉਹਦਾ ਚਲਾਇਆ ਹੋਇਆ ਸੀ। ਉਹਦੇ ਬਾਅਦ ਹੈਗਾ ਜੀ 6ਵਾਂ ਨਿਸ਼ਕਰਮਣ ਸੰਸਕਾਰ। ਮਤਲਬ ਇਸਤਰੀ ਦਾ ਜਦੋਂ ਇਸਤਰੀ ਬਾਹਰ ਨਿਕਲਦੀ ਨਾ ਚੌਥੇ ਮਹੀਨੇ ਘਰ ਤੋਂ ਬਾਹਰ ਪੈ ਗਈ, ਉਹ ਹੈ ਉਸ ਵੇਲੇ ਵੀ ਬੜੀ ਪਾਠ ਪੂਜਾ ਹੁੰਦੀ ਹੈ, ਪ੍ਰੋਹਤ ਨੂੰ ਦਾਨ ਦਕਸ਼ਣਾ ਦਿੰਦੇ ਹਨ। ਉਹ 'ਤੇ 7ਵਾਂ ਹੈਗਾ ਜੀ ਅੰਨ ਪ੍ਰਸ਼ਾਸਨ ਸੰਸਕਾਰ। ਇਹ ਉਸ ਵੇਲੇ ਜਦੋਂ ਬੱਚੇ ਦੇ ਦੰਦ ਨਿਕਲਣੇ ਸ਼ੁਰੂ ਹੋ ਜਾਂਦੇ ਉਸ ਵੇਲੇ ਵੀ ਜਿਹੜੀ ਪਾਠ ਪੂਜਾ ਕਰਾਈ ਜਾਂਦੀ ਹੈ ਪ੍ਰੋਹਤ ਤੋਂ। 8ਵਾਂ ਹੈਗਾ ਜੀ ਮੁੰਡਨ ਸੰਸਕਾਰ। ਇਹ ਵੀ ਬਹੁਤ ਵੱਡਾ ਇਹਨਾਂ ਦਾ ਹੈਗਾ। ਜਦੋਂ ਮੁੰਡਨ ਹੁੰਦਾ ਨਾ ਉਸ ਵੇਲੇ 1 ਤੋਂ 7ਵੇਂ ਸਾਲ ਤੱਕ ਦੇ ਬੱਚੇ ਦਾ ਮੁੰਡਨ, ਬੱਚੇ ਦੀ ਬੁੱਧੀ ਅਤੇ ਸਿਹਤ ਲਈ। ਅਤੇ ਇਹ ਵੀ ਉੱਦਾਂ ਕਹਿੰਦੇ ਵੀ ਚਲੋ ਬਾਲਾਂ 'ਚ ਕੀਟਾਣੂ ਹੁੰਦੇ ਉਹ ਵੀ ਦੂਰ ਹੋ ਜਾਂਦੇ ਆ। ਅਤੇ ਅਸਲ ਮੇਨ ਮਕਸਦ ਇਹਦੇ ਪਿੱਛੇ ਇਹੀ ਹੈ ਵੀ ਪਾਠ ਪੂਜਾ ਕਰਨੀ ਹੈ। 9ਵਾਂ ਹੈਗਾ ਵਿੱਦਿਆ ਆਰੰਭ ਸੰਸਕਾਰ। ਜਦੋਂ ਬੱਚੇ ਨੂੰ ਭੇਜਣਾ ਸਕੂਲੇ ਜਾਂ ਕਿਸੇ ਮਾਸਟਰ ਦੇ ਕੋਲ, ਉਹ ਹੈਗਾ। ਅਤੇ 10ਵਾਂ ਹੈਗਾ ਕਰਨ ਵੇਦ ਸੰਸਕਾਰ। ਕਰਨ ਵੇਦ ਹੈਗਾ ਜਦੋਂ ਕੰਨ ਵਿੰਨ੍ਹਦੇ ਆ ਉਹਦੇ 'ਚੋਂ ਨਾਂਤੀਆਂ ਪਾਉਂਦੇ ਹੈ ਅਤੇ ਕੰਨਾਂ 'ਚ ਰਿੰਗ ਵਗੈਰਾ ਇਹ ਸਰਾਖ ਉਹਨੂੰ ਕਹਿੰਦੇ ਹਨ। ਅਤੇ 11ਵਾਂ ਹੈਗਾ ਉਪਨਇਨ ਸੰਸਕਾਰ। ਇਹ ਬਹੁਤ ਇੰਪੋਰਟੈਂਟ ਹੈ ਸਾਧ ਸੰਗਤ ਜੀ। ਉਪਨਇਨ ਹੈ ਜੰਝੂ ਪਾਉਣ ਦੀ ਰਸਮ। ਅਤੇ ਜੰਝੂ ਜਿਹੜਾ ਆ, ਇੱਕ ਤਾਂ ਮਾਂ ਜਨਮ ਦਿੰਦੀ ਆ, ਉਸ ਵੇਲੇ ਜਨਮ ਹੁੰਦਾ, ਅਤੇ ਜਦੋਂ ਜੰਝੂ ਪਾਉਂਦੇ ਆ ਉਸ ਵੇਲੇ ਇਹ ਕਹਿੰਦੇ ਆ ਵੀ ਬੱਚੇ ਦਾ ਸਨਾਤਨ ਧਰਮ ਦੇ ਵਿੱਚ ਦੂਜਾ ਜਨਮ ਹੁੰਦਾ। ਇਹ ਜਿਹੜੇ ਜੰਝੂ ਵੀ ਹਰ ਇੱਕ ਨਹੀਂ ਪਾ ਸਕਦਾ। ਇਹ ਵੀ ਮੈਂ ਆਪ ਜੀ ਦੇ ਨੌਲੇਜ ਲਈ ਦੱਸ ਰਿਹਾ, ਮੈਂ ਕੋਈ ਕਿਸੇ ਨੂੰ ਕ੍ਰਿਟੀਸਾਈਜ਼ ਨਹੀਂ ਕਰ ਰਿਹਾ। ਜੰਝੂ ਜਿਹੜਾ ਆ ਇਹ ਸਿਰਫ ਉੱਪਰਲੇ 3 ਵਰਨ ਬ੍ਰਾਹਮਣ, ਕਸ਼ੱਤਰੀ ਅਤੇ ਵੈਸ਼, ਇਹ ਤਿੰਨੇ ਪਾ ਸਕਦੇ ਜੰਝੂ। ਜਿਹੜਾ ਬ੍ਰਾਹਮਣ ਦਾ ਜਿਹੜਾ ਲੜਕਾ ਜਿਹੜਾ 9 ਸਾਲ ਦਾ ਹੋਵੇ ਤਾਂ ਉਹਨੂੰ ਬਸੰਤ ਰੁੱਤ ਦੀ ਵਿੱਚ ਜਦੋਂ ਫੁੱਲ ਖਿੜੇ ਹੁੰਦੇ, ਬੜੀ ਬਹਾਰ ਆਈ ਹੁੰਦੀ ਹੈ, ਉਸ ਵੇਲੇ ਪਾਉਣੇ ਹਨ। ਅਤੇ ਕਸ਼ੱਤਰੀ ਜਿਹੜਾ ਦੂਜੇ ਨੰਬਰ 'ਤੇ ਆ ਜਾਂਦਾ, ਉਹ 11ਵੇਂ ਸਾਲ ਦੇ ਵਿੱਚ ਜਦੋਂ ਬੱਚਾ ਹੋ ਜਾਵੇ ਉਸ ਵੇਲੇ ਪਾਉਣੇ। ਉਹਨੂੰ ਪੱਤਝੜ ਦੀ ਜਿਹੜੀ ਰੁੱਤ ਆ, ਇਹ ਪੱਤਝੜ ਨੂੰ ਇੰਗਲਿਸ਼ ਕੀ ਕਹਿੰਦੇ ਮੈਨੂੰ ਯਾਦ ਨਹੀਂ ਆ ਰਿਹਾ। ਅਤੇ ਤੀਜਾ ਹੈਗਾ ਵੈਸ਼, ਤੀਜੇ ਨੰਬਰ 'ਤੇ। ਵੈਸ਼ ਜਿਹੜਾ ਆ ਉਹਨਾਂ ਦਾ ਜਿਹੜਾ ਲੜਕਾ ਆ ਉਹ 13 ਸਾਲ ਦੀ ਉਮਰ ਦੇ ਵਿੱਚ ਪਾਏਗਾ, ਗਰਮੀਆਂ ਦੀ ਰੁੱਤ ਦੇ ਵਿੱਚ। ਫਿਰ ਆ ਗਿਆ ਸ਼ੂਦਰ, ਚੌਥੇ ਪੌੜੇ ਵਾਲੇ ਹੈਗਾ। ਕਹਿੰਦੇ ਇਹ ਵੀ ਹਿੰਦੂ ਹੀ ਆ, ਪਰ ਇਹਨੂੰ ਜੰਝੂ ਨਹੀਂ ਪਾ ਸਕਦਾ ਕਿਉਂਕਿ ਇਹ ਸ਼ੂਦਰਾਂ ਦੀ ਆਤਮਾ ਹੀ ਨਹੀਂ ਹੁੰਦੀ, ਇਹਨਾਂ ਦੀ ਦੇ ਆਰ ਨੋ ਸੋਲ। ਸਿਰਫ ਉੱਪਰੇ 3 ਜਿਹੜੇ ਇਨਸਾਨ ਆ ਇਹ ਤਾਂ ਸੋਲੇ ਜਸਟ ਲਾਈਕ ਜਾਨਵਰ, ਕੀੜੇ ਮਕੌੜੇ। ਸੋ ਇਹ ਹੈ ਜੀ ਉਪਨਇਨ ਸੰਸਕਾਰ। ਅਤੇ 12ਵਾਂ ਹੈਗਾ ਵੇਦ ਦਾ ਆਰੰਭ ਸੰਸਕਾਰ। 12ਵੇਂ ਸਾਲ 'ਚ ਜਿਹੜਾ ਬੱਚਾ ਥੋੜ੍ਹਾ ਜਿਹਾ ਪੜ੍ਹਨਾ ਲਿਖਣਾ ਸਮਝਣਾ ਸ਼ੁਰੂ ਕਰਦਾ, ਇਹ ਪੰਡਤ ਜਿਹੜੇ ਆ ਉਹਨਾਂ ਨੂੰ ਵੇਦਾਂ ਦਾ ਗਿਆਨ ਦਿੰਦੇ ਆ, ਇਹਨੂੰ ਕਹਿੰਦੇ ਵੇਦ ਆਰੰਭ ਸੰਸਕਾਰ। ਅਤੇ 13ਵਾਂ ਹੈਗਾ ਕੇਸ਼ਾਂਤ ਸੰਸਕਾਰ। ਇਹ ਬਾਲਾਂ ਦਾ ਮੁੰਡਨ ਜਦੋਂ ਹੁੰਦਾ, ਸਿਰਫ ਬੋਧੀ ਰੱਖ ਕੇ ਵੇਦ ਗਿਆਨ ਜਿਹੜੇ ਹਾਸਲ ਕਰਨਾ। ਅਤੇ 14ਵਾਂ ਹੈਗਾ ਸਮਵਰਤਨ ਸੰਸਕਾਰ। ਇਹ ਸਿੱਖਿਆ ਪੂਰੀ ਹੋਣ ਤੋਂ ਬਾਅਦ ਜਦੋਂ ਬੱਚਾ ਘਰ ਆਉਂਦਾ ਹੈ ਅਤੇ ਉਸ ਵੇਲੇ ਇਹਨੂੰ ਸਮਵਰਤਨ ਸੰਸਕਾਰ ਕਹਿੰਦੇ ਆ। 15ਵਾਂ ਹੈਗਾ ਵਿਆਹ ਸੰਸਕਾਰ, ਉਹ ਆਪ ਜੀ ਨੂੰ ਪਤਾ ਹੀ ਹੈ। ਅਤੇ 16ਵਾਂ ਹੈਗਾ ਅੰਤੇਸ਼ਟੀ ਸੰਸਕਾਰ। ਇਹ ਬੰਦੇ ਦੀ ਮੌਤ ਜਦੋਂ ਹੁੰਦੀ ਹੈ ਉਸ ਵੇਲੇ ਦਾ ਹੈ। ਅਤੇ ਈਵਨ ਇਹਦੇ ਬਾਅਦ 'ਚ ਵੀ ਜਿਹੜੇ ਚੱਲਦੇ ਰਹਿੰਦੇ ਹਨ ਕਮਾਈ ਦੇ, ਸਰਾਧ ਹੋਏ ਹੋਰ ਹੋਏ। ਸੋ ਇਹ ਸੰਸਕਾਰ ਜਿਹੜੇ ਆ ਇਹ ਮੀਰਾ ਬਾਈ ਨੇ ਵੀ ਉਹਨੇ ਐਨ ਪੂਰੀ ਤਰ੍ਹਾਂ ਇਹਨੂੰ ਜਦੋਂ ਛੋਟੀ ਸੀਗੀ ਅਤੇ ਇਹਨੂੰ ਜਿੱਦਾਂ ਮੈਂ ਦੱਸਿਆ ਵੀ ਗਰਭਵਤੀ ਸੀ ਦੀ ਮਾਂ, ਮੰਦਰ ਲਿਜਾਣਾ, ਉਹਨੂੰ ਪਾਠ ਸੁਣਾਉਣੇ ਤਾਂ ਕਿ ਬੱਚੇ ਦੇ ਉੱਤੇ ਵੀ ਉਨਾ ਹੀ ਅਸਰ ਪੈ ਜਾਵੇ। ਸੋ ਵਾਕਿਆ ਹੀ ਇਹਨੂੰ ਐਨ ਨਿਪੁੰਨ ਕਰਤਾ ਕਿ ਉਹ ਇੱਕ ਰਾਜਕੁਮਾਰੀ ਸੀ। ਅਤੇ ਇਹਨੂੰ ਸ਼ਾਸਤਰ ਵਿੱਦਿਆ, ਘੋੜ ਸਵਾਰੀ, ਹੋਰ ਜਿਹੜੀ ਮਿਲਟਰੀ ਟ੍ਰੇਨਿੰਗ ਅਤੇ ਹਰ ਇੱਕ ਤਰ੍ਹਾਂ ਦੇ ਨਾਲ ਇਹ ਨਿਪੁੰਨ ਹੋ ਗਈ।
ਤੇ ਕਹਿੰਦੇ ਹਨ ਵੀ ਇਹ ਬਹੁਤ ਹੀ ਐਕਸਟ੍ਰੀਮਲੀ ਬਿਊਟੀਫੁਲ ਸੀ। ਅਤੇ ਜਿੱਦਾਂ ਮੈਂ ਦੱਸਿਆ ਵੀ 1498 'ਚ ਇਹਨਾਂ ਦਾ ਜਨਮ ਹੋਇਆ ਅਤੇ ਮੌਤ 1560 'ਚ ਹੋ ਗਈ। ਇਹਦੇ ਪਿਤਾ ਰਾਣਾ ਰਤਨ ਸਿੰਘ ਸੀਗਾ ਅਤੇ ਬਾਬਾ ਇਹਦਾ ਦੂਦਾ ਰਾਓ ਸੀ, ਉਹ ਇਹਨੂੰ ਬਹੁਤ ਪਿਆਰ ਕਰਦਾ ਸੀ। ਅਤੇ ਇਹ ਸ਼ਾਹੀ ਘਰਾਣਾ ਵੈਸ਼ਨਵ ਭਗਤ ਸੀਗੇ ਅਤੇ ਕ੍ਰਿਸ਼ਨ ਮਹਾਰਾਜ ਦੇ ਪੁਜਾਰੀ ਸਨ। ਸੋ ਪਰ ਬਦਕਿਸਮਤੀ ਮੀਰਾ ਅਜੇ 2 ਸਾਲ ਦੀ ਸੀ ਜਦੋਂ ਇਹਦੀ ਮੌਤ ਇਹਦੀ ਮਾਂ ਦੀ ਮੌਤ ਹੋ ਗਈ। ਅਤੇ ਇਹਦਾ ਜਿਹੜਾ ਦਾਦਾ ਸੀ, ਇਹਦਾ ਗ੍ਰੈਂਡਫਾਦਰ ਦੂਦਾ ਰਾਓ, ਉਹ ਇਹਨੂੰ ਬਹੁਤ ਪਿਆਰ ਕਰਦਾ ਸੀ। ਉਹਨੇ ਇਹਦਾ ਪਾਲਣ ਪੋਸ਼ਣ ਕੀਤਾ ਅਤੇ ਇਹਨੂੰ ਫਿਰ ਜਿੱਦਾਂ ਮੈਂ ਕਿਹਾ ਵੀ ਸਾਰੇ ਵਿੱਦਿਆ, ਸ਼ਾਸਤਰ ਵਿੱਦਿਆ, ਘੋੜ ਸਵਾਰੀ ਅਤੇ ਧਾਰਮਿਕ ਵਿੱਦਿਆ ਸਾਰੇ 'ਚ ਨਿਪੁੰਨ ਕਰ ਦਿੱਤਾ। ਅਤੇ ਫਿਰ ਮੀਰਾ ਬਾਈ ਦਾ ਜਿਹੜਾ ਵੀ ਵਿਆਹ ਸੀ ਇਹ ਮਵਾੜ ਰਿਹਾ। ਇਹ ਸੀਗੇ ਮੇੜਤਾ 'ਚ ਰਹਿੰਦੇ, ਜਿਹੜੀ ਮੀਰਾ ਬਾਈ ਦਾ ਪਰਿਵਾਰ ਸੀ ਮੇੜਤਾ। ਵਿਆਹ ਇਹਦਾ ਮਵਾੜ ਦੇ ਰਾਣਾ ਸਾਂਗਾ ਦੇ ਪੁੱਤਰ ਯੋਵਰਾਜ ਭੋਜਰਾਜ ਨਾਲ ਹੋਇਆ। ਅਤੇ ਰਾਣਾ ਸਾਂਗਾ ਦੇਖਣਾ ਚਾਹੁੰਦਾ ਸੀ ਵੀ ਉਹਦੀ ਅਤ ਸੁੰਦਰੀ ਜਿਹੜੀ ਇਹ ਨੂੰਹ ਆ ਉਹ ਉੱਥੇ ਮਵਾੜ ਦੀ ਜਿਹੜੀ ਸ਼ਾਸਕ ਬਣੇ, ਮਹਾਰਾਣੀ ਬਣੇ, ਅਤੇ ਉਹ ਉਹਦਾ ਸੀ। ਪਰ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀਗਾ। ਸੋ ਮੀਰਾ ਬਾਈ ਨੇ ਜਿਹੜੀ ਜਦੋਂ ਇਹਦੀ ਵਿੱਦਿਆ ਵੱਲ ਆਈ ਇਹਨੇ 1300 ਰਚਨਾਵਾਂ ਲਿਖੀਆਂ ਕੁੱਲ ਮਿਲਾ ਕੇ। ਅਤੇ ਇਹਨਾਂ ਦੀਆਂ ਰਚਨਾਵਾਂ ਵਿੱਚ ਬ੍ਰਿਜ ਭਾਸ਼ਾ, ਗੁਜਰਾਤੀ, ਰਾਜਸਥਾਨੀ ਅਤੇ ਪੰਜਾਬੀ ਭਾਸ਼ਾ ਦੇ ਮੁਹਾਵਰਿਆਂ ਦੀ ਖੂਬ ਵਰਤੋਂ ਕੀਤੀ ਗਈ ਹੈ। ਅਤੇ ਮੀਰਾ ਦੇ ਜਿਹੜੇ ਗ੍ਰੰਥ ਹਨ ਉਪਲਬਧ ਹਨ ਇਸ ਵੇਲੇ, ਉਹ ਬਰਸੀ ਕਾ ਮਾਇਰਾ, ਗੀਤ ਗੋਬਿੰਦ ਟੀਕਾ, ਰਾਗ ਗੋਬਿੰਦ ਅਤੇ ਰਾਗ ਸੋਰਠ ਕੇ ਪਦ, ਇਹ ਇਹਦੇ ਜਿਹੜੇ ਇਹਦੇ ਗ੍ਰੰਥ ਮਿਲਦੇ ਹਨ। ਅਤੇ ਮੈਂ ਆਪ ਜੀ ਨੂੰ ਦੱਸਾਂ ਵੀ ਰਾਜ ਘਰਾਣੇ ਦੀ ਪਰੰਪਰਾ ਅਨੁਸਾਰ ਜਿਹੜੇ ਜ਼ਿੰਦਗੀ ਦੇ ਮੀਰਾ ਦੇ ਪਹਿਲੇ 29 ਸਾਲ ਦੀ ਉਮਰ ਤੱਕ ਇਹ ਲੋਰਡ ਕ੍ਰਿਸ਼ਨ ਦੀ ਪੱਕੀ ਉਪਾਸਕ ਸੀਗੀ। ਇਹ ਭਗਵਾਨ ਕ੍ਰਿਸ਼ਨ ਨੂੰ ਆਪਣਾ ਪਤੀ ਸਮਝਦੀ ਸੀ। ਕਹਿੰਦੇ ਹਨ ਕਿ ਜਦੋਂ ਇਹ 2-3 ਸਾਲ ਦੀ ਸੀਗੀ ਅਤੇ ਘਰ ਦੇ ਮੂਹਰੇ ਇੱਕ ਬਰਾਤ ਨਿਕਲੀ ਅਤੇ ਜਿਹੜਾ ਦੂल्हा ਸੀ ਉਹ ਘੋੜੀ 'ਤੇ ਚੜ੍ਹਿਆ ਸੀ। ਅਤੇ ਇਹ ਆਪਣੀ ਮਾਂ ਨੂੰ ਕਹਿੰਦੀ ਵੀ ਮਾਂ ਉਹ ਕੌਣ ਆ ਘੋੜੇ 'ਤੇ? ਕਹਿੰਦੀ ਇਹ ਵਿਆਹਣ ਚੱਲਿਆ ਆਪਣੀ ਰਾਜਕੁਮਾਰੀ ਨੂੰ ਅਤੇ ਇਹ ਉਹਦਾ ਪਤੀ ਬਣੇਗਾ। ਫਿਰ ਕਹਿੰਦੀ ਵੀ ਮੇਰਾ ਪਤੀ ਕੌਣ ਆ? ਉਹਦੀ ਮਾਂ ਨੇ ਅੰਦਰੋਂ ਲੋਰਡ ਕ੍ਰਿਸ਼ਨ ਦੀ ਇੱਕ ਮੂਰਤੀ ਲਿਆਂਦੀ, ਕਹਿੰਦੀ ਆਹ ਤੇਰੇ ਘਰ ਵਾਲਾ ਆ। ਬਸ ਉਹ ਜਿੱਦਾਂ ਬੱਚੇ ਦੇ ਮਨ 'ਤੇ ਬਹਿ ਗਈ। ਫਿਰ ਉਹ ਕ੍ਰਿਸ਼ਨ ਮਹਾਰਾਜ ਦੀ ਉਹਦੇ 29 ਸਾਲ 'ਤੇ ਜਿਹੜੀਆਂ ਉਹਦੀਆਂ ਪਹਿਲੀਆਂ ਰਚਨਾਵਾਂ ਆ ਉਹਨਾਂ ਦੇ ਵਿੱਚ ਭਗਵਾਨ ਕ੍ਰਿਸ਼ਨ ਦਾ ਹੀ ਉਹਨੇ ਵਰਣਨ ਕੀਤਾ, ਉਹਦੀ ਉਤਸੁਤ ਕੀਤੀ ਹੈ। ਅਤੇ ਉਹਨੇ ਲਿਖਿਆ ਉਹਦੇ ਵਿੱਚ ਜਿਹੜੇ ਪਹਿਲੇ ਜਾ ਕੇ ਸਿਰ ਮੋਰ ਮੁਕਟ ਮੇਰੇ ਪਤੀ ਸੋਈ, ਮੇਰੋ ਤੋਂ ਗਿਰਦਰ ਗੋਪਾਲ ਦੂਸਰਾ ਨਾ ਕੋਈ, ਮੈਂ ਗੋਬਿੰਦ ਲੀਨਾ ਮੋਲ। ਇਹ ਬੜਾ ਮਸ਼ਹੂਰ ਆ, ਤੁਸੀਂ ਸੁਣਿਆ ਹੋਣਾ। ਅਤੇ ਉਸ ਵੇਲੇ ਦਾ ਲਿਖਿਆ ਹੈ। ਸੋ ਮੀਰਾ ਦੀਆਂ ਰਚਨਾਵਾਂ ਵਿੱਚ ਵਿਯੋਗ, ਉਤਸੁਕਤਾ ਅਤੇ ਪ੍ਰੇਮ ਭਾਵਨਾ ਦੀ ਝਲਕ ਮਿਲਦੀ ਹੈ। ਸੋ ਇੱਥੇ ਹੋ ਕੇ ਜੀ ਅਸੀਂ ਹੁਣ ਇੱਕ ਮੇਰਾ ਖਿਆਲ ਇੱਕ ਹੋਰ ਹੋ ਜਾਵੇ ਮੀਰਾ ਬਾਈ ਦਾ ਭਜਨ, ਅਤੇ ਉਹਦੇ ਬਾਅਦ ਦੇ ਵਿੱਚ ਚੱਲਦੇ ਹਾਂ ਅੱਗੇ। ਤਾਂ ਆ ਲਓ ਜੀ ਇੱਕ ਹੋਰ ਸੁਣਦੇ ਹਾਂ। ਗੁਰੂ ਰਵਿਦਾਸ ਸਾਡੇ ਸੁਣੋ
हाँ जी, आप जी ने बड़ा सुंदर मिस पूजा का गाया हुआ मीरा बाई के बारे सुनिया। सो आओ असी मीरा बाई की जीवनी दे चालू रखिए। सो मीरा बाई ने इन्नी जिंदगी दे विच उहदे घटनावां इन्ने दुख सहे आ ते उहदे बारे फिर मीरा ने अपनी जिहड़ियां रचनावां उन्हां दे विच बड़े खुल के जिक्र किया है। जिद्दां मैं दस्सिया कि पहला 2 साल दी सी जदों इहदी माता गुजर गई ते इहदे बाबे ने इहनूं बड़े प्यार नाल पालिया ते फिर जिहड़ा मीरा बाबा इहदा बाबा सी दादू राय ਉਹ ਇਹਦੇ ਵਿਆਹ ਤੋਂ ਪਹਿਲਾਂ ਹੀ ਮਾਰਿਆ ਗਿਆ। ਇਹ ਕਿਉਂ ਜਿਹੜੀ ਰਿਆਸਤਾਂ ਸੀ ਨਾ ਰਾਜਪੂਤ ਆਪਸ ਵਿੱਚ ਹੀ ਬਹੁਤ ਲੱਗਦੇ ਸੀ ਮੁਗਲਾਂ ਦੇ ਨਾਲ, ਤੋਂ ਪਹਿਲਾਂ ਇਹ ਮੀਰਾਂ ਦੇ ਲਈ ਬਹੁਤ ਵੱਡਾ ਸਦਮਾ ਸੀ। ਅਤੇ ਵਿਆਹ ਦੇ 7 ਸਾਲ ਬਾਅਦ ਮੀਰਾਂ ਦਾ ਜਿਹੜਾ ਪਤੀ ਸੀ ਭੋਜ ਰਾਜ ਉਹ ਇੱਕ ਲੜਾਈ ਦੇ ਵਿੱਚ ਮਾਰਿਆ ਗਿਆ ਅਤੇ ਉਹ ਤੋਂ ਅਗਲੇ ਸਾਲ ਮੀਰਾਂ ਦਾ ਪਿਤਾ ਜਿਹੜਾ ਉਹ ਬਾਬਰ ਦੇ ਵਿਰੁੱਧ ਲੜਦਾ ਉਹ ਮਾਰਿਆ ਗਿਆ। ਅਤੇ ਫਿਰ ਇੱਕ ਲੜਾਈ ਉਹਦੇ ਵਿੱਚ ਜਿਹੜਾ ਦਾ ਸਹੁਰਾ ਸੀ ਰਾਣਾ ਸਾਂਗਾ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਉਹਦੇ ਜ਼ਖਮੀ ਹੋਏ ਨੂੰ ਉਹਦੇ ਹੀ ਅਹਿਲਕਾਰਾਂ ਨੇ ਉਹਨੂੰ ਉਸ ਲਈ ਉਹਨੂੰ ਮਰਵਾ ਦਿੱਤਾ ਗਿਆ। ਸੋ ਮੀਰਾ ਦੇ ਇਹ ਜਿਹੜੀਆਂ ਘਟਨਾਵਾਂ ਨੇ ਮੀਰਾ ਨੂੰ ਵਿਆਕੁਲ ਕਰਤਾ। ਮੀਰਾ ਬਾਬਰੀ ਹੋ ਗਈ। ਕਹਿੰਦੀ ਵੀ ਇਹ ਜਿਹੜੀ ਜ਼ਿੰਦਗੀ ਹੈ ਦੁੱਖਾਂ ਦਾ ਦਰਿਆ ਕਿਉਂ ਹੈ, ਨਾ ਜ਼ਿੰਦਗੀ ਨਾਸ਼ਵਾਨ ਕਿਉਂ ਹੈ। ਇਹ ਬੜੀਆਂ ਨੇ ਆਪਣੀ ਰਚਨਾਵਾਂ ਸੀਗੀਆਂ। ਆਪਣੀ ਰਚਨਾਵਾਂ 'ਚ ਕਹਿੰਦੀ ਹੈ कौन करे जंजाल जग में जीवन थोरो, झूठी रे काया झूठी रे माया झूठो सब संसार। भी ये संसार सारा झूठा है, इत्थे जिहड़ी आ मौत दुख दलिद्र ये भरी है। तो ये अपनी रचनावां दे एक होर बड़ी इंटरस्टिंग है। जदों मीरा दे पति की मौत हुई उस वेले सती होने का रिवाज सी भी जिहड़ी जनानी का घर वाला मर जाए उस जनानी नूं ਜਿਹੜੀ ਚਿਖਾ ਹੈ ਨਾ ਪਤੀ ਦੀ ਜਿੱਥੇ ਉਹਨੂੰ ਜਲਾਉਣਾ ਸੀ ਉਹਦੇ ਵਿੱਚ ਹੀ ਕਹਿੰਦੇ ਛਾਲ ਮਾਰੇ, ਜੇ ਨਹੀਂ ਤਾਂ ਉਹਨੂੰ ਜ਼ਬਰਦਸਤੀ ਫੜ ਕੇ ਸੁੱਟ ਦਿੰਦੇ ਸੀ। ਅਤੇ ਮੀਰਾ ਨੂੰ ਵੀ ਕਿਹਾ ਜਦੋਂ ਇਹ ਕਹਿੰਦੀ ਨਹੀਂ ਮੈਂ ਸਤੀ ਨਹੀਂ ਹੋਵਾਂਗਾ, ਮੇਰੀ ਜ਼ਿੰਦਗੀ ਹੋਰ ਹੈ ਉਹਦੀ ਹੋਰ ਸੀ ਅਤੇ ਜਿੰਨਾ ਸਾਡਾ ਸਾਥ ਰਿਹਾ ਬੜੀ ਖੁਸ਼ ਸੀ ਪਰ ਉਹ ਮੰਨੀ ਨਹੀਂ। ਅਤੇ ਇਹ ਚੇਤਿਆ ਦੇ ਅਤੇ ਇਹਦੇ ਬਾਅਦ ਜਿਹੜਾ ਮੇਵਾੜ ਦਾ ਜਿਹੜਾ ਨਵਾਂ ਸ਼ਾਸਕ ਉਹ ਮੀਰਾ ਦਾ ਦਿਓਰ ਸੀ ਵਿਕਰਮ ਦੱਤ ਉਹ ਬੈਠਿਆ। ਉਹ ਬੜਾ ਜਾਸ਼ੀ ਅਤਿਆਚਾਰੀ ਸੀ ਅਤੇ ਉਹਨੇ ਤਾਂ ਉਹਦੀ ਭੈਣ ਸੀਗੀ ਇੱਕ ਉਦੋਂ ਬਾਈ, ਉਹ ਵੀ ਇਹ ਚਾਹੁੰਦੇ ਸੀ ਵੀ ਮੀਰਾ ਜਿਹੜੀ ਆ ਇਹ ਬੜੇ ਹੋਰ ਤਰ੍ਹਾਂ ਦੀਆਂ ਗੱਲਾਂ ਕਰਦੀ ਆ, ਇਹਨੇ ਸਾਡੀ ਜਿਹੜੀ ਕੁੱਲ ਦਾ ਨਾਮ ਬਦਨਾਮ ਕਰਤਾ ਅਤੇ ਉਹ ਇਹ 'ਤੇ ਨਿਗਾਹ ਰੱਖਣ ਲੱਗ ਪਏ ਅਤੇ ਇਹਨੂੰ ਬਦਨਾਮ ਕਰਨ ਦੀਆਂ ਬੜੀਆਂ ਸਾਜ਼ਿਸ਼ਾਂ। ਇਹਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਦੁੱਧ ਜ਼ਹਿਰ ਦਿੱਤਾ, ਇਹਨੇ ਪੀ ਲਿਆ, ਕੁਛ ਨਹੀਂ ਹੋਇਆ। ਅਤੇ ਇੱਕ ਸੋਨੇ ਦੇ ਡੱਬੇ 'ਚ ਸੱਪ ਪਿਆ ਕਰ ਅਤੇ ਸੱਪ ਵੀ ਕਹਿੰਦੇ ਆ ਵੀ ਹਾਰ ਬਣ ਗਿਆ ਫੁੱਲਾਂ ਦਾ। ਸੋ ਇਹਨਾਂ ਘਟਨਾਵਾਂ ਦੇ ਬਾਅਦ ਜਦੋਂ ਲੋਕਾਂ ਨੂੰ ਪਤਾ ਲੱਗਦਾ ਰਿਹਾ ਫਿਰ ਮੀਰਾ ਇੱਕ ਦੇਵੀ ਬਣ ਗਈ, ਇਹਦੀ ਪੂਜਾ ਹੋਣ ਲੱਗ ਪਈ। ਅਤੇ ਇਹਦੀ ਇਹ ਜਿਹੜੀ ਇਹਦੇ ਜ਼ੁਲਮਾਂ ਦੀ ਦਾਸਤਾਂ ਆ ਇਹਨੇ ਆਪਣੀਆਂ ਰਚਨਾਵਾਂ ਦੇ ਵਿੱਚ ਖੁੱਲ੍ਹ ਕੇ ਕੀਤੀ ਹੈ। ਅਤੇ ਹੁਣ ਅਸੀਂ ਇਹ ਬਾਅਦ 'ਚ ਕਰਦੇ ਹਾਂ ਜਿਹੜੀਆਂ ਰਚਨਾਵਾਂ ਵੀ ਕਿੱਥੇ ਕਿੱਥੇ ਨੇ ਕੀਤਾ। ਹੁਣ ਮੈਂ ਦੱਸਦਾ ਕਿ ਮੀਰਾ ਬਾਈ ਜੀ ਦਾ ਸਤਿਗੁਰੂ ਰਵਿਦਾਸ ਜੀ ਦਾ ਮੇਲ ਕਿੱਦਾਂ ਹੋਇਆ। ਇਹ ਜਿਸ ਤਰ੍ਹਾਂ ਮੈਂ ਦੱਸਿਆ ਵੀ ਇਹਨੂੰ ਘੋੜ ਸਵਾਰੀ ਹੋਰ ਸਾਰੇ ਇੱਕ ਵਾਰੀ ਆਪਣੇ ਕਾਫਲੇ ਦੇ ਨਾਲ ਘੋੜਿਆਂ ਦੇ ਉੱਤੇ ਨਾਲ ਦੇ ਅੰਗ ਰੱਖਿਆ ਕਿ ਜਿਹਨੂੰ ਬੋਡੀਗਾਰਡ ਕਹਿੰਦੇ ਜਾ ਰਹੇ ਸੀ। ਅਤੇ ਜਦੋਂ ਘਰ ਨੂੰ ਵਾਪਸ ਆਏ ਸ਼ਾਮ ਨੂੰ ਅਤੇ ਇੱਕ ਬਸਤੀ ਸ਼ੂਦਰਾਂ ਦੀ ਬਸਤੀ ਕੋਲੋਂ ਦੀ ਲੰਘੇ ਦੂਰ ਸੀ ਅਤੇ ਇਹਦੇ ਕੰਨਾਂ 'ਚ ਇੱਕ ਸਤਸੰਗ ਕਰਨ ਦੀ ਕੋਈ ਸਤਿਗੁਰੂ ਸੰਤ ਜਿੱਦਾਂ ਕਹਿੰਦੇ ਇਹਨੂੰ ਪੁਕਾਰ ਰਿਹਾ, ਬੇਟੀ ਤੂੰ ਕਿੱਥੇ ਆ, ਤੂੰ ਜਿਹੜੀ ਲੱਭਦੀ ਨਹੀਂ, ਮੈਂ ਇੱਥੇ ਬੈਠਾ। ਯਾਨੀ ਇੱਦਾਂ ਦੇ ਮਨ ਦੇ ਵਿੱਚ ਕੁਛ ਹੋਇਆ। ਇਹ ਕਹਿੰਦੀ ਆਪਣੇ ਕਾਫਲੇ ਨੂੰ ਵੀ ਰੁਕੋ, ਆਹ ਜਿੱਧਰੋਂ ਸਤਸੰਗ ਦੀ ਆਵਾਜ਼ ਆ ਰਹੀ ਹੈ ਉੱਧਰ ਚਲੋ, ਉੱਥੋਂ ਮੈਨੂੰ ਪੁਕਾਰ ਰਿਹਾ ਮੇਰਾ ਕ੍ਰਿਸ਼ਨ ਮੁਰਾਰੀ ਮੈਨੂੰ ਪੁਕਾਰ ਰਿਹਾ। ਉਹ ਕਹਿੰਦੇ ਜਿਹੜੇ ਅੰਗ ਰੱਖ ਰਾਜਕੁਮਾਰੀ ਅਸੀਂ ਤੈਨੂੰ ਨਹੀਂ ਭੇਜ ਸਕਦੇ, ਅਸੀਂ ਤੈਨੂੰ ਭੇਜ ਤਾਂ ਤੈਨੂੰ ਪਤਾ ਵੀ ਇਹ ਸ਼ੂਦਰਾਂ ਦੀ ਬਸਤੀ ਆ, ਇੱਧਰੋਂ ਤਾਂ ਅਸੀਂ ਹਵਾ ਵੀ ਨਹੀਂ ਲੈਂਦੇ, ਸਾਨੂੰ ਤਾਂ ਕੋਈ ਜੇ ਰਾਜ ਘਰਾਣੇ ਨੂੰ ਕੋਈ ਇਹਨਾਂ ਨਾਲ ਕੋਈ ਗੱਲ ਕਰਨੀ ਪਵੇ ਅਸੀਂ ਵਿੱਚ ਵਿਚਾਲੇ ਬੰਦਾ ਰੱਖ ਲੈਂਦੇ ਹਾਂ ਅਤੇ ਸਭ ਮੱਥੇ ਨਹੀਂ ਲੱਗਦੇ। ਇਹ ਇੰਨੇ ਨੀਚ ਆ, ਇਹ ਇੰਨੇ ਭੈੜੇ ਆ, ਇਹਨਾਂ ਦੀ ਕੋਈ ਆਤਮਾ ਨਹੀਂ ਹੁੰਦੀ ਵੀ ਤੂੰ ਕਹਿੰਦੀ ਉੱਧਰ ਨੂੰ ਚੱਲਣਾ। ਅਤੇ ਉਹ ਕਹਿੰਦੀ ਨਹੀਂ ਮੈਂ ਜਾਣਾ। ਉਹ ਕਹਿੰਦੇ ਦੇਖ ਜੇ ਜਾਣਾ ਤੈਨੂੰ ਵੀ ਮਾਰ ਦੇਣਾ, ਸਾਨੂੰ ਤਾਂ ਮਾਰਨਾ ਹੀ ਮਾਰਨਾ, ਵੀ ਸਾਡੀ ਬੇਨਤੀ ਆ ਸਾਡੀ ਜਾਨ ਦੀ ਖਾਤਰ ਤੂੰ ਨਾ ਜਾ। ਖੈਰ ਉਹਨਾਂ ਦਾ ਕਹਿਣਾ ਮੰਨ ਗਈ। ਘਰ ਆਈ, ਮਹਿਲ ਦੇ ਵਿੱਚ ਕਮਰੇ 'ਚ ਦਰਵਾਜ਼ੇ ਨਾਲ ਬੰਦ ਕਰ ਲਿਆ, ਪਰ ਜਿਹੜੀ ਉਹਦੀ ਟਿਕੀ ਉੱਥੇ ਲੱਗੀ ਉਹ ਵੀ ਉਹ ਕਿਹੜਾ ਸਤਿਗੁਰੂ, ਉਹ ਕਿਹੜਾ ਸ਼ਹਿਨਸ਼ਾਹ ਜਿਹਨੇ ਮੇਰੀ ਜਿਹੜੀ ਦਿਲ ਦੀ ਤਾਰ ਉੱਥੇ ਜੁੜ ਗਈ ਆ। ਖੈਰ ਉੱਠੀ, ਜਿਹੜੀ ਦਾਸੀ ਨੇ ਆਪਣੇ ਉਹਦੀ ਸਰਵੈਂਟ ਉਹਨਾਂ ਦੇ ਕੱਪੜੇ ਪਾਏ ਅਤੇ ਉਹ ਪਾ ਕੇ ਮਹਿਲ ਤੋਂ ਬਾਹਰ ਨਿਕਲ ਗਏ।
ਉੱਥੇ ਗਏ ਤਾਂ ਸਤਸੰਗ ਹੋਵੇ ਅਤੇ ਅੰਦਰੋਂ ਆਵਾਜ਼ ਆਈ, ਮੀਰਾ ਆ ਜਾ ਅੰਦਰ। ਹੈ ਕਹਿੰਦੀ ਇਹ ਮੇਰਾ ਮੈਨੂੰ ਕਿਵੇਂ ਜਾਣਦਾ? ਅਤੇ ਜਦ ਦੇਖਿਆ ਉਹਨੇ ਅੰਦਰ ਗਈ ਅਤੇ ਉਹੀ ਜਿਹੜਾ ਇੱਕ ਗਿਰਦਰ ਸ਼੍ਰੀ ਕ੍ਰਿਸ਼ਨ ਮਹਾਰਾਜ ਦਾ ਉਹਨੂੰ ਗੁਰੂ ਰਵਿਦਾਸ ਜੀ ਦੇ ਵਿੱਚ ਰੂਪ ਦਿਸਿਆ। ਉਹ ਅੱਖਾਂ ਮੀਟ ਲਈਆਂ ਉਹਨੇ, ਫਿਰ ਗਾਲੀਆਂ ਉਹਨੂੰ, ਫਿਰ ਕਿ ਉਹ ਤਾਂ ਚਾਹੁੰਦੀ ਸੀ ਮੈਂ ਤਾਂ ਕ੍ਰਿਸ਼ਨ ਮਹਾਰਾਜ ਮੇਰਾ ਪਤੀ ਹੈ, ਮੇਰਾ ਸਭ ਕੁਛ। ਮੈਂ ਉਹਨੂੰ ਉਹ ਕਦੇ ਨੀਵੀਂ ਪਾ ਲਿਆ ਕਰੇ, ਕਦੇ ਗੁਰੂ ਰਵਿਦਾਸ ਅਤੇ ਕਦੇ ਕ੍ਰਿਸ਼ਨ ਮਹਾਰਾਜ। ਉਹਦੇ ਵਿੱਚ ਉਹ ਧੰਨ ਧੰਨ ਹੋ ਉੱਠੀ, ਪੈਰੀਂ ਪੈ ਗਈ, ਰੋਣ ਲੱਗ ਪਈ। ਅਤੇ ਮਹਾਰਾਜ ਨੇ ਉਹਨੂੰ ਪਿਆਰ ਦਿੱਤਾ ਅਤੇ ਖੈਰ ਉਹ ਸ਼ੇਸ਼ ਬਣ ਗਈ। ਹੁਣ ਕਾਫੀ ਜਦੋਂ ਲੁਕ ਛਿਪ ਕੇ ਆਉਂਦੇ, ਅਖੀਰ ਨੂੰ ਜਿਹੜਾ ਝੂਠ ਆ ਫੜਿਆ ਜਾਂਦਾ, ਉਹ ਫੜੀ ਗਈ ਪਈ ਇਹ ਤਾਂ। ਅਤੇ ਉਹਦੇ ਜਿਹੜੇ ਘਰ ਦੇ ਦਰਬਾਰੀ ਸੀਗੇ ਉਹਨੇ ਸਮਝਾਇਆ ਉਹਨੂੰ ਬਹੁਤ ਵੀ ਤੂੰ ਇਹ ਕੰਮ ਨਾ ਕਰ, ਵੀ ਇੱਕ ਤਾਂ ਜਿਹੜਾ ਸ਼ੂਦਰ ਆ, ਸ਼ੂਦਰ ਕਿਸੇ ਗੁਰੂ ਨਹੀਂ ਬਣ ਸਕਦਾ ਕਦੇ ਵੀ, ਅਤੇ ਸ਼ੂਦਰ ਦੀਕਸ਼ਾ ਨਹੀਂ ਦੇ ਸਕਦਾ ਕਿਸੇ ਨੂੰ। ਅਤੇ ਬਾਕੀ ਅਸੀਂ ਤਾਂ ਇਹਨਾਂ ਦੀ ਹਵਾ ਵੱਲ ਨੂੰ ਵੀ ਨਹੀਂ ਲੈਣੀ ਚਾਹੁੰਦੇ। ਤੂੰ ਉਹਨੂੰ ਕਹਿੰਦੀ ਗੁਰੂ ਧਾਰਨ ਦੇ ਤਾਂ ਇਹ ਸਾਡੇ ਲਈ ਬਹੁਤ ਹੀ ਮਾੜਾ ਕੰਮ ਕੀਤਾ ਹੈ, ਅਤੇ ਤੂੰ ਇਹ ਕੰਮ ਛੱਡ ਦੇ। ਸੋ ਦੇਖ ਲਓ, ਪਹਿਲੇ 29 ਸਾਲ ਜ਼ਿੰਦਗੀ ਦੇ ਕ੍ਰਿਸ਼ਨ ਮਹਾਰਾਜ ਦੀ ਭਗਤ ਰਹੀ, ਪਰ ਜਦੋਂ ਗੁਰੂ ਜੀ ਨੇ ਮਿਲ ਗਈ ਉੱਥੇ ਇਹਨੇ ਫਿਰ ਗੁਰੂ ਜੀ ਦੇ ਬਾਰੇ ਆਪਣੀਆਂ ਰਚਨਾਵਾਂ ਦੇ ਵਿੱਚ ਲਿਖਿਆ। ਹਾਲਾਂਕਿ ਉਸ ਸਮੇਂ ਦੇ ਜਿਹੜੇ ਭੱਟ ਸੀਗੇ ਜਾਂ ਹੋਰ ਜਿਹੜੇ ਕਵੀ ਸੀ ਜਾਂ ਇਤਿਹਾਸਕਾਰ, ਉਹਨੇ ਹੱਥ ਨਹੀਂ ਲਾਇਆ, ਕਿਉਂਕਿ ਇਹ ਇੱਕ ਚਮਾਰ ਨੂੰ ਗੁਰੂ ਧਾਰਿਆ ਸੀ। ਅਤੇ ਹੁਣ ਇਹਦੀਆਂ ਜਿਹੜੀਆਂ ਕਿਤਾਬਾਂ ਰਚਨਾਵਾਂ ਯੂਨੀਵਰਸਿਟੀਆਂ ਪੜ੍ਹਾਉਣ ਲੱਗੀਆਂ, ਇਹਦੀਆਂ ਫਿਲਮਾਂ ਬਣੀਆਂ ਹਨ। ਅਤੇ ਮੈਂ ਤਾਂ ਸੋਚਦਾ ਉਹ ਸਤਿਗੁਰੂ ਦਾਤਾ ਕਿੱਡਾ ਵੱਡਾ ਰਹਿਬਰ ਹੋਊਗਾ। ਅਤੇ ਜਿਹਨਾਂ ਮੀਰਾ ਕੀਲੀ ਗਈ ਅਤੇ ਫਿਰ ਉਹ ਇਹ ਹਾਂਜੀ ਹੋ ਗਿਆ ਇਹਨਾਂ ਦੀ। ਅਤੇ ਉਹਦੇ ਵਿੱਚ ਫਿਰ ਜਿਹੜੇ ਘਰ ਦੀਆਂ ਹੋਰ ਪਰਿਵਾਰ ਸੀ ਸਾਰੇ ਇਹਨੂੰ ਮੀਰਾ ਨੂੰ ਲਾਹਣਤਾਂ ਪਾਉਣ। ਉਹਦੀਆਂ ਜਿਹੜੀਆਂ ਸਾਰੀ ਵਾਰਤਾਲਾਪ ਹੈ ਇਹਨੇ ਆਪਣੀ ਜਿਹੜੀ ਰਚਨਾਵਾਂ ਉਹਦੇ ਵਿੱਚ ਜ਼ਿਕਰ ਕੀਤਾ ਹੈ। ਇਹਦੀ ਇੱਕ ਗ੍ਰੰਥ ਹੈ ਮੀਰਾ ਸੁਧਾ ਸਿੰਧੂ, ਉਹ ਪੰਨਾ 264  'ਤੇ ਆ। ਉਹਦੇ ਵਿੱਚ ਕੀ ਕਹਿੰਦੀ ਆ, ਜਿਹੜੀਆਂ ਮੀਰਾ ਦੀਆਂ ਉਹਨੂੰ ਉਹਦੇ ਘਰ ਦੇ ਕੀ ਕਹਿੰਦੇ, ਅਬ ਮੀਰਾ ਮਾਨ ਲੀਜਿਓ ਹਮਾਰੀ ਥਾਨੇ ਸਖੀਆਂ ਵਰਜੇ ਸਾਰੀ, ਵੀ ਸਾਰੀਆਂ ਤੇਰੀਆਂ ਸਹੇਲੀਆਂ ਤੈਨੂੰ ਕਹਿੰਦੀਆਂ, ਸਾਰੇ ਕਹਿੰਦੇ ਆ ਰਾਣਾ ਵਰਜੇ ਰਾਣੀ ਵਰਜੇ ਵਰਜੇ ਸਭ ਪਰਿਵਾਰੀ, ਸਾਧਨ ਕੇ ਢਿੰਗ ਬੈਠ ਬੈਠ ਲਾਜ ਗਵਾਈ ਸਾਰੀ, ਨੀਤ ਨਿਤ ਪ੍ਰਤੀ ਉਠ ਨੀਚ ਕਰ ਜਾਵੋ ਕੁੱਲ ਕੋ ਲਗਾਵੋ ਦਾਰੀ। ਕਹਿੰਦੀ ਤੂੰ ਇੱਕ ਨੀਚੀ ਜਾਤ ਦੇ ਘਰ ਜਾ ਕੇ ਸਾਰਾ ਜਿਹੜੀ ਛਤਰੀ ਕੌਮ ਦੀ ਅਸੀਂ ਠਾਕਰਾਂ ਦੀ ਕੁੱਲ ਨੂੰ ਤੈਂ ਦਾਗ ਲਾਤਾ, ਅਤੇ ਇਹ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ। ਇਹ ਉਹਨੂੰ ਜਿਹਦਾ ਵਾਰਤਾਲਾਪ ਉਹਨੇ ਆਪਣੀ ਰਚਨਾਵਾਂ 'ਚ ਲਿਖੀ ਹੈ। ਅਤੇ ਮੀਰਾ ਵੀ ਅੱਗੇ ਕੀ ਜਵਾਬ ਦਿੰਦੀ ਆ, ਮੀਰਾ ਬ੍ਰਹਿਟ ਪਦਾਵਲੀ, ਇਹ ਪੰਨਾ 201 'ਤੇ ਕੀ ਕਹਿੰਦੀ ਹੈ, ਕਹਿੰਦੀ ਚੋਰੀ ਕਰਾਂ ਨਾ ਮਾਰਗੀ, ਮਾਰਗੀ ਕਹਿੰਦੇ ਲੁੱਟ ਖਸੁੱਟ, ਚੋਰੀ ਕਰਾਂ ਨਾ ਮਾਰਗੀ ਨਾ ਮੈਂ ਕਰੂੰ ਅਕਾਜ, ਅਕਾਜ ਕਹਿੰਦੇ ਖੋਟੇ ਕਰਮ, ਚੋਰੀ ਕਰਾਂ ਨਾ ਮਾਰਗੀ ਨਾ ਮੈਂ ਕਰਾਂ ਅਕਾਜ, ਪੁੰਨ ਕੇ ਮਾਰਗ ਚੱਲਤਾ ਚੱਖ ਮਾਰੋ ਸੰਸਾਰ, ਨਾ ਮੈਂ ਪੀਹਰ ਸਾਸਰੇ ਨਾ ਪੀਆ ਜੀਰੀ ਸਾਥ, ਮੀਰਾ ਨੇ ਗੋਬਿੰਦ ਮਿਲਿਆ ਜੀ ਗੁਰ ਮਿਲਿਆ ਰੈਦਾਸ। ਕਹਿੰਦੀ ਭਈ ਮੈਂ ਦੇਖੋ ਕਿਸੇ ਦਾ ਕੋਈ ਝੱਖ ਨਹੀਂ ਮਾਰਦੀ, ਕੋਈ ਲੁੱਟ ਨਹੀਂ ਕਰਦੀ, ਇਹ ਸੰਸਾਰ ਦੀ ਕਹਿੰਦੀ ਅੱਖਾਂ ਨਹੀਂ ਦੇਖਣ ਵਾਲੀਆਂ। ਕਹਿੰਦੀ ਮੈਂ ਤਾਂ ਹੁਣ ਨਾ ਆਪਣੇ ਸਹੁਰਿਆਂ ਜੋਗੀ ਆ, ਨਾ ਮੈਂ ਆਪਣੇ ਪਤੀ ਜੋਗੀ ਰਹੀ ਹਾਂ ਹੈ, ਅਤੇ ਪਰ ਮੈਨੂੰ ਜਿਹੜਾ ਗੋਬਿੰਦ ਮਿਲ ਗਿਆ ਹੈ, ਪਰਮਾਤਮਾ ਗੋਬਿੰਦ ਨੂੰ ਪਰਮਾਤਮਾ ਨੂੰ ਕਿਹਾ, ਉਹ ਗੁਰੂ ਰਵਿਦਾਸ ਹੈ, ਅਤੇ ਮੈਂ ਇਹਦੇ ਬਿਨਾਂ ਨਹੀਂ ਰਹਿ ਸਕਦੀ। ਅਤੇ ਫਿਰ ਇਹਦੀ ਜਿਹੜੀ ਸੱਸ ਸੀਗੀ ਰਾਣੀ ਝਾਲਾਂ ਬਾਈ, ਉਹ ਮੀਰਾ ਨੂੰ ਫਟਕਾਰ ਪਾਉਂਦੀ ਆ। ਉਹਦੇ ਵੀ ਲਿਖਿਆ ਇਹਨੇ, ਲਾਜੋ ਪਹਿਰ ਸਾਸਰੋ ਮਾਈ ਤਣੋ ਮਸਾਲ, ਸਭ ਹੀ ਲਾਜੇ ਮੇੜਤੇ ਹਾਂ ਜੀ ਬਾਂਸੂ ਬੁਰਾ ਕਹੇ ਸੰਸਾਰ। ਇਹਦਾ ਕੀ ਮਤਲਬ, ਤੇਰੀ ਕਰਤੂਤ ਕਰਕੇ ਤੇਰੇ ਮਾਪੇ ਅਤੇ ਸਹੁਰੇ ਮਰੇ ਜਾ ਰਹੇ ਹਨ, ਸਾਰਾ ਸੰਸਾਰ ਤੇਰੀ ਹੋਏ ਹੋਏ ਕਰ ਰਿਹਾ ਹੈ। ਅਤੇ ਮੀਰਾ ਉਹਨੂੰ ਕੀ ਜਵਾਬ ਦਿੰਦੀ ਹੈ, ਤਾਰਿਓ ਪਹਿਰ ਸਾਸਰੋ ਤਾਰਿਓ ਮਾਏ ਮੁਸੱਲੀ ਧਾਰੀ, ਮੀਰਾ ਨੇ ਸਤਿਗੁਰ ਮਿਲਿਆ ਜੀ ਚਰਨ ਕਮਲ ਬਲਿਆਰੀ। ਅਤੇ ਕਹਿੰਦੀ ਮੈਂ ਆਪਣੇ ਮਾਪਿਆਂ ਨੂੰ ਸਹੁਰਿਆਂ ਨੂੰ ਤਾਰਿਆ ਹੈ, ਮੀਰਾ ਨੂੰ ਪੂਰਾ ਸਤਿਗੁਰੂ ਮਿਲ ਪਿਆ ਹੈ, ਮੈਂ ਉਹ ਤੋਂ ਵਾਰੇ ਵਾਰੇ ਜਾਂਦੀ ਹਾਂ। ਓਹ ਕਿਆ ਕਮਾਲ ਜੀ, ਇਹ ਮੀਰਾ ਨੇ ਇਹ ਆਪ ਖੁਦ ਲਿਖਿਆ ਹੈ। ਅਤੇ ਦੇਖੋ ਜਿਸ ਗਿਰਦਰ ਗੋਪਾਲ ਨੂੰ ਮੀਰਾ ਸਾਰੀ ਜ਼ਿੰਦਗੀ ਲੱਭਦੀ ਰਹੀ, ਅਤੇ ਉਹ ਫਿਰ ਉਹਦਾ ਕ੍ਰਿਸ਼ਨ ਮੁਰਾਰੀ ਗੁਰੂ ਰਵਿਦਾਸ ਦੀ ਸ਼ਕਲ ਦੇ ਵਿੱਚ ਉਹਨੂੰ ਮਿਲਿਆ ਉਹਨੂੰ,
ਤੇ ਇੱਕ ਹੋਰ ਜਗ੍ਹਾ ਫਿਰ ਇਹ ਕਹਿੰਦੀ ਆ ਆਪਣੀ मीराबाई की शब्दावली पन्ना 61 देते, दिन नहीं चैन रात नहीं नींदरा, सूखो घड़ी खड़ी खड़ी, बान बिरहा के लगे हुए में भूलू ना एक घड़ी, पत्थर की हैलिया तो तारी बन के बीच पड़ी, कहा बोझ में कहिए 100 ऊपर एक धड़ी, गुरु रैदास मिले मोह पूरे धुर से कलम भिड़ी, सतगुरु सैन दई जब आके जोत में जोत रली, मेरो तो गिरधर गोपाल दूसरा ना कोई। हुण कहंदी मेरा गिरधर गोपाल होर नहीं कोई भी, मेरा तो गिरधर गोपाल दूसरा ना कोई, गुरु हमारे रैदास जी सरनन चित सोई। सो कहंदी जिस गिरधर गोपाल श्री कृष्ण नूं अनेकां साल लभदी रही, ਉਹਦੇ ਦਰਸ਼ਨ ਮੈਨੂੰ ਗੁਰਦਾਸ ਵਿੱਚੋਂ ਹੋ ਗਏ ਹਨ। ਅਤੇ ਸੋ ਮੀਰਾ ਦਾ ਜਿਹੜਾ ਗਿਰਧਰ ਗੋਪਾਲ ਗੁਰੂ ਰਵਿਦਾਸ ਜੀ ਸੀ ਐਕਚੁਅਲੀ। ਅਤੇ ਫਿਰ ਉਹਦੇ ਵਿੱਚ ਤੁਸੀਂ ਇਹਦੇ ਵਿੱਚ ਆਉਂਦਾ ਵੀ ਪੱਥਰ ਕੀ ਹਿੱਲਿਆ ਤੋਂ ਤਾਰੀ ਬਣ ਕੇ ਬੀਚ ਪੜੀ। ਹਿੱਲਿਆ ਕੌਣ ਸੀ? ਸੋ ਇਹ ਵੀ ਤੁਹਾਨੂੰ ਪਤਾ ਵੀ ਇਹ ਗੌਤਮ ਰਿਸ਼ੀ ਦੀ ਪਤਨੀ ਸੀ। ਅਤੇ ਇਹਦਾ ਜਦੋਂ ਵਿਆਹ ਹੋਇਆ ਉਸ ਵੇਲੇ ਹੋਰ ਕਈ ਯੋਧੇ ਆਏ, ਸਵੰਬਰ ਰਚਿਆ। ਅਤੇ ਜਿਹੜਾ ਇੰਦਰ ਦੇਵਤਾ ਆ ਉਹ ਚਾਹੁੰਦਾ ਸੀ, ਇਹ ਬਿਊਟੀਫੁਲ ਬਹੁਤ ਸੀਗੀ ਫਿਰ ਪਰ ਉਹ ਨਹੀਂ ਇਹਨੂੰ ਪਾ ਸਕਿਆ। ਤਾਂ ਉਹਨੇ ਫਿਰ ਦਿਲ ਦੇ ਵਿੱਚ ਰੱਖੀ ਵੀ ਮੈਂ ਅਹਿਲਿਆ ਨੂੰ ਹਾਸਲ ਕਰਨਾ ਹੈ। ਚਲੋ ਵਿਆਹ ਵੀ ਹੋ ਗਈ ਉਹਦਾ ਜਿੱਦਾਂ ਵੀ ਹੈਗਾ। ਫਿਰ ਇਹਨੂੰ ਪਤਾ ਸੀ ਵੀ ਜਿਹੜਾ ਰਿਸ਼ੀ ਗੌਤਮ ਆ ਇਹਦਾ ਜਿਹੜਾ ਘਰ ਵਾਲਾ ਉਹ ਤੜਕੇ ਉੱਠ ਕੇ ਇਸ਼ਨਾਨ ਕਰਨ ਜਾਂਦਾ ਸੀ ਨਦੀ ਦੇ ਕਿਨਾਰੇ। ਅਤੇ ਉਹ ਜਾਂਦਾ ਉਸ ਵੇਲੇ ਸੀ ਪਹਿਲਾਂ ਉਹ ਕੁੱਕੜ ਦੀ ਜਦੋਂ ਕੁੱਕੜ ਸਵੇਰ ਨੂੰ ਤੜਕੇ ਪਹਿਲਾਂ ਵਾਂਗ ਦਿੰਦੇ ਸੀ। ਫਿਰ ਇਹ ਜਿਹੜੇ ਕਿਸੇ ਨੇ ਨਹਾਉਣਾ ਧੋਣਾ ਜਾਂ ਕੰਮਾਂ ਕਾਰਾਂ 'ਤੇ ਜਾਣਾ। ਅਤੇ ਇਹਨੇ ਜਿਹੜਾ ਚੰਦਰਮਾ ਹੈ ਨਾ, ਚੰਦਰਮਾ ਨੂੰ ਕਿਹਾ ਵੀ ਮੇਰੀ ਮਦਦ ਕਰ, ਫਿਰ ਮੈਂ ਅਹਿਲਿਆ ਨੂੰ ਅਜੇ ਵੀ ਪਿਆਰ ਕਰਦਾ, ਮੈਂ ਉਹਨੂੰ। ਉਹ ਕਹਿੰਦਾ ਮੈਂ ਕਿੱਦਾਂ ਤੇਰੀ ਮਦਦ ਕਰ ਸਕਦਾ? ਕਹਿੰਦਾ ਇੱਦਾਂ ਕਰ, ਤੂੰ ਕੁੱਕੜ ਬਣ ਕੇ ਅੱਧੀ ਕੁ ਰਾਤ ਨੂੰ ਵਾਂਗ ਦੇ ਦੇਈਂ ਉਹਦੇ ਘਰ ਦੇ ਕੋਲ ਗੌਤਮ ਰਿਸ਼ੀ ਦੀ। ਅਤੇ ਉਹਨੇ ਉੱਠ ਕੇ ਚਲੇ ਜਾਣਾ ਅਤੇ ਬਾਅਦ 'ਚ ਆਪਾਂ ਦੇਖ ਕੇ ਕੰਮ ਜਿਹੜਾ ਕੋਈ ਕਰਨਾ ਕਰਾਂਗੇ। ਅਤੇ ਉਹ ਵਾਕਿਆ ਹੀ ਜਿਹੜਾ ਚੰਦਰਮਾ ਸੀ ਉਹਨੇ ਕੁੱਕੜ ਬਣਿਆ ਅਤੇ ਕੁੱਕੜ ਬਣ ਕੇ ਉਹਨੇ ਵਾਂਗ ਦੇ ਦਿੱਤੀ ਅੱਧੀ ਰਾਤ ਨੂੰ। ਅਤੇ ਗੌਤਮ ਰਿਸ਼ੀ ਉੱਠਿਆ ਵੀ ਤੜਕਾ ਹੋ ਗਿਆ ਵੀ ਨਹਾਉਣ ਚਲੇ ਗਿਆ ਵੀ ਆ ਕੇ ਪਾਠ ਪੂਜਾ ਕਰਨੀ ਆ। ਅਤੇ ਇਹ ਜਿਹੜਾ ਆਪਣੇ ਇੰਦਰ ਦੇਵਤਾ ਇਹ ਭੇਸ ਬਦਲਾ ਲਿਆ ਇਹਨੇ ਗੌਤਮ ਰਿਸ਼ੀ ਦਾ ਸਰੂਪ ਸਾਰਾ ਕਰਕੇ ਇਹ ਅੰਦਰ ਚਲਾ ਗਿਆ ਅਤੇ ਉਹਦੇ ਘਰ ਵਾਲੀ ਅਹਿਲਿਆ ਦੇ ਨਾਲ ਕੁਕਰਮ ਕੀਤਾ ਇਹਨੇ। ਅਤੇ ਕਹਿੰਦੇ ਹਨ ਜਦੋਂ ਇਹ ਲੰਘਣ ਲੱਗਿਆ ਤਾਂ ਗੌਤਮ ਰਿਸ਼ੀ ਨੇ ਕਿਉਂ ਤੜਕਾ ਹੁੰਦਾ ਵੀ ਆਪਣੀ ਕੁੜੀ ਨੂੰ ਬਿਠਾ ਗਿਆ ਵੀ ਤੂੰ ਦਰਵਾਜ਼ੇ 'ਤੇ ਬੈਠੀ ਰਹੀ, ਕੋਈ ਹੋਰ ਨਾ ਉਪਰਾ ਮਰਦ ਨਾ ਆ ਜਾਵੇ। ਅਤੇ ਉਹ ਅਜੇ ਬੱਚੀ ਸੀਗੀ ਅਤੇ ਇਹ ਕਹਿੰਦੇ ਪਹਿਲਾਂ ਬਿੱਲਾ ਬਣ ਕੇ ਲੰਘਿਆ ਅਤੇ ਉਹਨੂੰ ਕੋਈ ਨੋਟਿਸ ਨਹੀਂ ਲਿਆ ਅਤੇ ਅੰਦਰ ਫਿਰ ਇਹਨੇ ਉਹਦਾ ਭੇਸ ਗੌਤਮ ਰਿਸ਼ੀ ਦਾ ਕਰਕੇ ਅਹਿਲਿਆ ਦੇ ਨਾਲ ਕੀਤਾ। ਅਤੇ ਉੱਧਰੋਂ ਜਦੋਂ ਉਹਨੇ ਗੰਗਾ ਨਦੀ ਦੇ ਵਿੱਚ ਪੈਰ ਪਾਇਆ ਗੌਤਮ ਰਿਸ਼ੀ ਨੇ, ਉਹ ਕਹਿੰਦੀ ਰਿਸ਼ੀ ਜੀ, ਗੌਤਮ ਰਿਸ਼ੀ ਤੁਸੀਂ ਇਸ ਟਾਈਮ ਆ ਗਏ ਅੱਧੀ ਰਾਤ ਨੂੰ ਹੈ, ਅਤੇ ਤੁਹਾਨੂੰ ਪਤਾ ਨਹੀਂ ਤੁਹਾਡਾ ਤਾਂ ਪਿੱਛੇ ਘਰ ਲੁੱਟਿਆ ਜਾ ਰਿਹਾ। ਉਹ ਕਹਿੰਦਾ ਹੈ। ਉਹ ਉੱਠਿਆ ਘਰ ਨੱਠਿਆ ਅਤੇ ਵਾਕਿਆ ਜਿਹੜਾ ਇੰਦਰ ਦੇਵਤਾ ਉਹ ਅੰਦਰ ਸੀਗਾ। ਅਤੇ ਉਹਨੂੰ ਫਿਰ ਗੁੱਸਾ ਤਾਂ ਆਉਣਾ ਸੀਗਾ ਅਤੇ ਉਹਨੂੰ ਫਿਰ ਉਹ ਕਹਿੰਦਾ ਵੀ ਪਹਿਲਾਂ ਤਾਂ ਆਪਣੀ ਜਿਹੜੀ ਘਰ ਵਾਲੀ ਨੂੰ ਲਾਹਨਤ ਪਾਈ, ਫਿਰ ਤੈਨੂੰ ਆਪਣੇ ਘਰ ਵਾਲਾ ਨਹੀਂ ਪਛਾਣ ਹੋਇਆ ਹੈ, ਤੈਨੂੰ ਆਪਣੇ ਪਤੀ ਦਾ ਨਹੀਂ ਪਤਾ। ਕਹਿੰਦਾ ਜਾ ਤੂੰ ਹੁਣ ਤੂੰ ਪੱਥਰ ਦੀ ਸਿਲ ਬਣੇਗੀ, ਤੈਨੂੰ ਕੋਈ ਤ੍ਰੇਤੇ ਦੇ ਵਿੱਚ ਉਹ ਰਾਮ ਚੰਦਰ ਤੇਰੇ ਪੈਰ ਰੱਖਣਗੇ ਤੇਰੇ ਸਿਲ, ਤਾਂ ਤੂੰ ਮੁੜ ਕੇ ਜਾ। ਉਹਨੂੰ ਸਰਾਪ ਦੇ ਦਿੱਤਾ। ਅਤੇ ਫਿਰ ਜਿਹੜਾ ਸੀਗਾ ਚੰਦਰਮਾ ਉਹ ਕੁੱਕੜ ਬਣਿਆ ਸੀ। ਕਹਿੰਦੇ ਸੀ ਉਹ ਜਿਹੜਾ ਉਹਦੇ ਕੋਲ ਤੌਲੀਆ ਸੀ ਗਿੱਲਾ, ਉਹਦੇ ਵਿੱਚ ਉਹਦੇ ਮਾਰਿਆ ਅਤੇ ਉਹਦੇ ਵੀ ਜਿਹੜਾ ਕਹਿੰਦੇ ਨਾ ਚੰਦਰਮਾ 'ਤੇ ਦਾਗ ਪਏ ਉਹ ਇਹ ਕਹਿੰਦੇ ਉਹ ਗਿੱਲਾ ਪਰਨਾ ਮਾਰਿਆ। ਸੋ ਇੰਦਰ ਨੂੰ ਵੀ ਸਰਾਪ ਦੇ ਦਿੱਤਾ। ਸੋ ਇਹ ਹਿੱਲਿਆ ਦਾ ਤਾਂ ਕਹਿੰਦੇ ਤਾਂ ਹਿੱਲਿਆ ਦਾ ਤਾਰੀ ਸੀ, ਪੱਥਰ ਕੇ ਹਿੱਲਿਆ ਤੋਂ ਤਾਰੀ ਬਣ ਕੇ ਬੀਚ ਖੜੀ। ਸੋ ਇਹ ਜਿਹੜੀ ਇਤਿਹਾਸ ਇਹਨਾਂ ਦੇ ਗਰੁੜ ਪੁਰਾਣ 'ਚ ਆਉਂਦਾ ਇਹਦੇ ਬਾਰੇ, ਅਤੇ ਇਹ ਇਹਨਾਂ ਦੇ ਲਿਖਿਆ ਹੈ ਸਾਰਾ। ਤਾਂ ਮੈਂ ਕੋਲੋਂ ਨਹੀਂ ਲੈ ਰਿਹਾ। ਸੋ ਇਹ ਤੋਂ ਅੱਗੇ ਮੀਰਾ ਬ੍ਰਹਸਪਤੀ ਪਦਾਵਲੀ ਇਹਦੀ ਰਚਨਾ ਦੇ ਵਿੱਚ 207 ਪੰਨਾ 'ਤੇ ਕੀ ਕਹਿੰਦੀ ਹੈ? ਐਸੀ ਪੀੜ ਬਿਰਹਾ ਤਨ ਭੀਤਰ ਜਾਗਤ ਰੈਨ ਬਿਹਾਨੀ, ਮਨ ਵਿੱਚ ਵਿਛੋੜੇ ਦੀ ਯਹੀ ਪੀੜ ਸੀ ਕਿ ਸਾਰੀ ਰਾਤ ਜਾਗਦੀ ਰਹਿੰਦੀ। ਐਸੀ ਪੀੜਾ ਬਿਰਹਾ ਤਨ ਭੀਤਰ ਜਾਗਤ ਰੈਨ ਬਿਹਾਨੀ, ਐਸਾ ਵੈਦ ਮਿਲੇ ਕੋਈ ਭੇਤੀ ਦੇਸ਼ ਵਿਦੇਸ਼ ਪਛਾਣੀ। ਉਹ ਕਹਿੰਦੀ ਵੀ ਇਸ ਪੀੜਾ ਦਾ ਇਲਾਜ ਲੱਭਣ ਲਈ ਮੈਂ ਦੇਸ਼ਾਂ ਪ੍ਰਦੇਸ਼ਾਂ ਵਿੱਚ ਦਰ ਦਰ ਭਟਕਦੀ ਰਹੀ। ਤਾਸੋਂ ਪੀੜ
कहूँ तन केरी फिरने भरमो खानी खोजत फिरूँ भेद वा घर को कोई ना करत बखानी। कहंदी मैं इस बिरहों की पीड़ ਨੂੰ ਮਿਟਾਉਣ ਲਈ ਉਸ ਵੈਦ ਰੂਪੀ ਗੁਰੂ ਨੂੰ ਲੱਭਦੀ ਰਹੀ ਪਰ ਕੋਈ ਵੀ ਦੱਸ ਨਹੀਂ ਸੀ ਰਿਹਾ। ਫਿਰ ਕਹਿੰਦੇ ਅਖੀਰ ਦੇ ਵਿੱਚ ਰੈਦਾਸ ਸੰਤ ਮਿਲੇ ਮੋਹ ਸਤਿਗੁਰੂ। ਦੇਖੋ ਜੀ ਇੱਥੇ ਸਤਿਗੁਰੂ ਦੀ ਉਪਾਧੀ ਦਿੱਤੀ ਹੈ। ਰੈਦਾਸ ਸੰਤ ਮਿਲੇ ਮੋਹ ਸਤਿਗੁਰੂ ਦੀਨੀ ਸੁਰਤ ਸਹਿਦਾਨੀ। ਅਖੀਰ 'ਚ ਮੇਰੇ ਪ੍ਰਭੂ ਨੂੰ ਮਿਲਾਉਣ ਵਾਲਾ ਮੇਰਾ ਸੰਤ ਮੇਰਾ ਸਤਿਗੁਰੂ ਰੈਦਾਸ ਮਿਲ ਹੀ ਗਿਆ ਜਿਹਨੇ ਮੇਰੀ ਸੁਰਤ ਉਸ ਪ੍ਰਭੂ ਦੇ ਨਾਲ ਜੋੜ ਦਿੱਤੀ। ਇਹ ਦੇਖੋ ਇਹ ਕਿੱਡੀ ਵੱਡੀ ਇਹਨਾਂ ਨੇ ਕੀ ਹੈ। ਸੋ ਇਹ ਮੈਂ ਤਾਂ ਹੈਰਾਨ ਹਾਂ। ਅਤੇ ਦੇਖੋ ਮੀਰਾ ਬਾਈ ਖੁਦ ਐਡੀ ਵੱਡੀ ਸੰਤ ਹੋ ਕੇ ਉਹਨੂੰ ਹੋਰ ਬੜੀਆਂ ਚੱਕਰ ਉਹਨੇ ਮਾਰੇ, ਬੜੇ ਉਹਨੇ ਤੀਰਥਾਂ 'ਤੇ ਗਈ, ਕਿਹੜੀ ਜਗ੍ਹਾ ਗਈ ਅਤੇ ਭ੍ਰਮਣ ਕੀਤਾ ਪਰ ਕਿਸੇ ਨਹੀਂ। ਜਦੋਂ ਬਸ ਗੁਰੂ ਜੀ ਨਾਲ ਮੇਲ ਹੋ ਗਿਆ ਅਤੇ ਬਸ ਜਿਹੜੇ ਕੁਹਾੜ ਸੀ ਖੁੱਲ੍ਹ ਗਏ। ਸੋ ਜਦੋਂ ਇਹ ਸਾਰਾ ਹੋ ਗਿਆ ਫਿਰ ਜਿਹੜੇ ਨਾ ਸਾਰਾ ਪਰਿਵਾਰ ਸੀ ਇਹਨਾਂ ਦਾ ਇਹ ਰਾਜਪੂਤ ਘਰਾਣਿਆਂ ਦਾ ਇਹ ਸਾਰੇ ਫਿਰ ਗੁਰੂ ਜੀ ਦੇ ਸੇਵਕ ਬਣ ਗਏ। ਅਤੇ ਉਹਨੂੰ ਜਿਹੜੇ ਜੇ ਚੱਲੇ ਆ ਇਹ ਸਾਰੇ ਕਿੱਦਾਂ ਹੋਈ ਸਟੋਰੀ। ਉਹ ਇੱਕ ਅਨੰਤ ਰਾਮ ਵੈਸ਼ਨਵ ਦੇ ਭਗਤ ਰਚਨਾਵਲੀ ਰੈਦਾਸ ਕੀ ਪਰਚਾਈ ਇਹ ਇੰਨੀ ਪੁਰਾਣੀ ਆ। ਕਹਿੰਦੇ ਵੀ ਗੁਰੂ ਜੀ ਦੇ ਮੌਤ ਤੋਂ ਬਾਅਦ 48 ਸਾਲ ਬਾਅਦ ਲਿਖੀ ਗਈ ਹੈ ਇਹ। ਉਹਦੇ ਵਿੱਚ ਜਿਹੜਾ ਜ਼ਿਕਰ ਆਉਂਦਾ ਹੈ ਵੀ ਇਹ ਕਿੱਦਾਂ ਫਿਰ ਇਹ ਗੁਰੂ ਰਵਿਦਾਸ ਜੀ ਕੋਲ ਗਏ, ਉਹਦੀ ਫਿਰ ਮੰਨ ਗਏ ਹੀਣ ਉਹਦੀ ਮੰਨੀ ਉਹਦੀ ਸਾਰੇ। ਅਤੇ ਇਹ ਰਾਣਾ ਸਾਂਗਾ ਮੀਰਾ ਬਾਈ ਝਾਲਾਂ ਬਾਈ ਇਹ ਸਾਰੇ ਇਹਦੇ ਵਿੱਚ ਜਿਹੜੇ ਭਗਤ ਰਤਨਾਵਲੀ ਰੈਦਾਸ ਕੀ ਪਰਚਾਈ ਦੇ ਵਿੱਚ ਇਹ ਮੈਨਸ਼ਨ ਕੀਤਾ ਹੈ। ਸੋ ਮੈਂ ਇਹ ਆਪ ਜੀ ਨੇ ਦੱਸਣਾ ਚਾਹੁੰਦਾ ਹਾਂ। ਅਤੇ ਕਹਿੰਦੇ ਵੀ ਵਾਕਿਆ ਹੀ ਉਹ ਪਹੁੰਚਿਆ ਹੈ ਉਹ ਜਿਹੜਾ ਸਤਿਗੁਰੂ ਬਹੁਤ ਵੱਡਾ ਦਾਤਾ ਹੈ। ਚਲੋ ਆਓ ਉਹਦੇ ਪੈਰੀ ਪੈ ਜਾਈਏ, ਉਹ ਤੋਂ ਭੁੱਲਾਂ ਬਖਸ਼ਾਈਏ। ਉਹਦੇ ਵਿੱਚ ਲਿਖਿਆ ਜੋ ਉਹ ਕਿਰਪਾ ਕਰੇ ਹਮ ਉੱਪਰ। ਗੁਰੂ ਰਵਿਦਾਸ ਜੀ ਨੂੰ ਕਹਿੰਦੇ ਆ ਜੋ ਉਹ ਕਿਰਪਾ ਕਰੇ ਹਮ ਉੱਪਰ ਤੋ ਅਬ ਹੀ ਜਾਏ ਸਕਲ ਜਰ ਜਰ ਹਮ ਅਪਰਾਧੀ ਵੋ ਜਨ ਪੂਰਾ। ਕਹਿੰਦੇ ਅਸੀਂ ਤਾਂ ਅਪਰਾਧੀ ਹਾਂ, ਉਹ ਸਤਿਗੁਰੂ ਪੂਰਾ ਹੈ। ਹਮ ਅਪਰਾਧੀ ਵੋ ਜਨ ਪੂਰਾ ਉਨਕੇ ਸਾਹਿਬ ਰਹਿਤ ਹਜੂਰਾ। ਕਹਿੰਦੇ ਉਹ ਪਰਮਾਤਮਾ ਵੀ ਉਹਨਾਂ ਦੇ ਕਹਿਣੇ 'ਤੇ ਚੱਲਦਾ ਹੈ। ਉਹ ਹੈ ਸੰਤ ਹਮ ਐਸੇ ਪਾਪੀ ਭਗਤਨ ਸੋ ਲਰ ਐਸੇ ਥਾਪੀ ਸਾਚੇ ਹਰ ਜਨਾ ਜੋ ਪਸ਼ਚਾਤਾਪ ਕੀਓ ਬ੍ਰਾਹਮਣਾ। ਕਹਿੰਦੇ ਫਿਰ ਬ੍ਰਾਹਮਣਾਂ ਨੇ ਬੜੇ ਪਛਤਾਏ ਪਏ ਸੀ ਤਾਂ ਉਹਨਾਂ ਟੱਕਰਾ ਲੈਂਦੇ ਰਹੇ। ਉਹ ਤਾਂ ਬਹੁਤ ਪਹੁੰਚਿਆ ਆ ਹੈ। ਅਤੇ ਫਿਰ ਸਾਰੇ ਪੰਡਤਾਂ ਨੇ ਇੱਕ ਮਤਾ ਪਾਸ ਕੀਤਾ ਵੀ ਚਲੋ ਸਾਰੇ ਚੱਲਦੇ ਹਾਂ ਗੁਰੂ ਰਵਿਦਾਸ ਮਹਾਰਾਜ ਦੇ ਪੈਰੀਂ ਪੈ ਜਾਈਏ, ਭੁੱਲਾਂ ਬਖਸ਼ਾਈਏ, ਉਹਦਾ ਆਸ਼ੀਰਵਾਦ ਲਈਏ ਅਤੇ ਮਾਫੀਆਂ ਮੰਗੀਏ। ਕੀ ਕਹਿੰਦੇ ਇਹਦੇ ਵਿੱਚ ਲਿਖਿਆ ਹੈ ਜੀ ਭਗਤ ਰਚਨਾਵਲੀ ਰੈਦਾਸ ਕੀ ਪਰਚਾਈ ਦੇ ਵਿੱਚ ਉਹਦੀ ਮੈਂ ਗੱਲ ਕਰ ਰਿਹਾ। ਬਹੁਤ ਸਭੇ ਮਿਲ ਮਤੋ ਭਾਈ ਸਾਰੇ ਬੈਠ ਕੇ ਇੱਕ ਮਤਾ ਪਾਸ ਕੀਤਾ ਜਾਈ ਗਏ ਰੈਦਾਸ ਕੇ ਪਾਈ ਆਓ ਰੈਦਾਸ ਦੇ ਪੈਰੀ ਪੈ ਜਾਈਏ ਚਾਲੋ ਬੇਗ ਗਹਿਰ ਨਹੀਂ ਕੀਨੋ ਬੇਨਤੀ ਕਰ ਸੰਗ ਝਾਲੀ ਲੀਨੋ। ਫਿਰ ਚਲੋ ਸਾਰੇ ਇਕੱਠੇ ਹੋ ਕੇ ਜਿਹੜੀ ਝਾਲਾਂ ਵਾਈ ਆ ਫਿਰ ਸਾਰੇ ਉਹਦੇ ਨਾਲ ਚੱਲੀਏ। ਕੌਣ ਭਾਂਤ ਹਮ ਚਰਨ ਗਹਾਏ ਬਹੁਤ ਚੂਕ ਪਰੀ ਹਮ ਆਏ। ਫਿਰ ਸਾਡੇ ਕੋਲ ਬੜੀਆਂ ਭੁੱਲਾਂ ਹੋ ਗਈਆਂ ਫਿਰ ਆ ਜਾਓ ਉਸ ਮਹਾਰਾਜ ਦੇ ਪੈਰੀਂ ਪੈ ਜਾਈਏ। ਕੌਣ ਭਾਂਤ ਹਮ ਚਰਨ ਗਹਾਏ ਬਹੁਤ ਚੂਕ ਪਰੀ ਹਮ ਮਾਏ ਘਰ ਡੇਰਾ ਵਿੱਚ ਡੰਡੌਤ ਕਰਤੇ ਇਹ ਵਿਧਾਏ ਮਨ ਮੈਂ ਡਰਤੇ। ਸਾਰੇ ਪੰਡਤਾਂ ਨੇ ਮਤਾ ਪਾਸ ਕੀਤਾ ਚਲੋ ਗੁਰੂ ਰਵਿਦਾਸ ਦੇ ਪੈਰੀਂ ਪੈ ਜਾਈਏ। ਰਾਣੀ ਝਾਲਾਂ ਲੈ ਕੇ ਉਹਦੇ ਡੇਰੇ ਆਏ ਅਤੇ ਮਹਾਰਾਜ ਦੇ ਪੈਰਾਂ 'ਤੇ ਡਿੱਗ ਕੇ ਮਾਫੀਆਂ ਮੰਗਣ ਲੱਗ ਪਏ। ਅਤੇ ਫਿਰ ਉੱਥੇ ਜਦੋਂ ਮਹਾਰਾਜ ਦੇ ਕੋਲ ਗਏ ਪੰਡਤ ਸਾਰੇ ਡੰਡੌਤ ਇੱਕ ਤਾਂ ਹੁੰਦਾ ਪੈਰੀਂ ਹੱਥ ਲਾਉਣਾ ਬੜ ਜਿਹਾ ਲਾ ਦਿੰਦੇ ਜਾਂ ਗੋਡੀਆਂ ਹੱਥ ਲਾ ਦਿੰਦੇ। ਇੱਕ ਹੈਗਾ ਡੰਡੌਤ ਹੋ ਗਈ ਆ ਪੂਰੇ ਲੰਮੇ ਪੈ ਜਾਣਾ ਪੈਰਾਂ ਦੇ ਉੱਤੇ ਅਤੇ ਨੱਕ ਰਗੜਨਾ ਅਤੇ ਉਹ ਡੰਡੌਤ ਉਹਨੂੰ ਕਹਿੰਦੇ ਆ। ਅਤੇ ਫਿਰ ਜਦੋਂ ਇਹ ਸਾਰੇ ਨਾ ਉਹਨੂੰ ਡੰਡੌਤ ਕਰਨ ਲੱਗ ਪਏ ਇਹ ਜਿੰਨਾ ਵੀ ਘਰਾਣਾ ਅਤੇ ਪੰਡਤ ਪ੍ਰੋਹਤ ਅਤੇ ਮਹਾਰਾਜ ਕੀ ਕਹਿੰਦੇ ਤਬ ਰੈਦਾਸ ਬੋਲੇ ਹਵਾ ਦੀਨਾ ਤੁਮ ਊਚੇ ਹਮ ਜਾਤ ਕਮੀਨਾ। ਮਹਾਰਾਜ ਕਹਿੰਦੇ ਵੀ ਤੁਸੀਂ ਆਹ ਕੀ ਕਰ ਰਹੇ ਆ ਹੈਂ ਮੈਂ ਤਾਂ ਨੀਵੀਂ ਜਾਤ ਦਾ ਆ ਹੈ ਤੁਸੀਂ ਉੱਚੀ ਜਾਤ ਦੇ ਆ। ਐਸੇ ਵਿਦ ਡੰਡੌਤ ਜੋ ਕਰੇ ਅਹੋ ਵਿਪਰ ਤੁਮ ਲਾਜ ਨਾ ਮਰੋ। ਕਹਿੰਦੇ ਮਹਾਰਾਜ ਕਹਿੰਦੇ ਆ ਵੀ ਤੁਸੀਂ ਇੱਕ ਬ੍ਰਾਹਮਣ ਪ੍ਰੋਹਤ ਹੋ ਕੇ ਇੱਕ ਸ਼ੂਦਰ ਨੂੰ ਡੰਡੌਤ ਕਰਦੇ ਤੁਹਾਨੂੰ ਤਾਂ ਸ਼ਰਮ ਨਾਲ ਮਰ ਜਾਣਾ ਚਾਹੀਦਾ। ਸੋ ਇਹ ਵਿੱਚ ਉਹਦੇ ਲਿਖਿਆ ਹੈ। ਪਰ ਵਿਪਰ ਕੀ ਕਹਿੰਦੇ ਆ ਜਿਹੜੇ ਵਿਪਰ ਬ੍ਰਾਹਮਣ ਨੂੰ ਕਿਹਾ ਗਿਆ ਹੈ ਵਿਪਰ ਕਹੇ ਤੂੰ ਗੁਰੂ ਹਮਾਰਾ ਵਿਪਰ ਕਹੇ ਤੂੰ ਗੁਰੂ ਹਮਾਰਾ ਆਪਣਾ ਤੋੜ ਜਨੇਊ ਡਾਰਾ। ਕਹਿੰਦੇ ਮਹਾਰਾਜ ਜੇ ਤੁਹਾਨੂੰ ਨਹੀਂ ਤਾਂ ਅਸੀਂ ਆਪਣੇ ਜਨੇਊ ਤੋੜ ਦਈਏ। ਮਾਥੇ ਹੱਥ ਦੇ ਅਬ ਸੁਆਮੀ ਹਮ ਸੇਵਕ
ਤੁਮ ਅੰਤਰਜਾਮੀ, ਕਹਿੰਦੇ ਮਹਾਰਾਜ ਸਾਡੇ ਸਿਰ 'ਤੇ ਹੱਥ ਦੇ ਕੇ ਸਾਨੂੰ ਰੱਖ ਲਾ, ਅਸੀਂ ਤਾਂ ਤੇਰੇ ਸੇਵਕ ਹਾਂ, ਤੂੰ ਅੰਤਰਜਾਮੀ ਦਾਤਾ ਹੈ। ਤਬ ਰੈਦਾਸ ਸਭੇ ਸਿੱਖ ਕੀਨਾ, ਫਿਰ ਮਹਾਰਾਜ ਨੇ ਉਹਨਾਂ ਨੂੰ ਦਇਆ ਆ ਗਈ। ਤਬ ਰੈਦਾਸ ਸਭੇ ਸਿੱਖ ਕੀਨਾ, ਕਿਰਪਾ ਕਰ ਮਾਥੇ ਕਰ ਦੇਣਾ, ਰਾਜਾ ਪ੍ਰਜਾ ਸਭ ਸੁਖ ਪਾਇਓ, ਜੈ ਜੈਕਾਰ ਪ੍ਰੇਮ ਬੜਾਇਓ। ਫਿਰ ਮਹਾਰਾਜ ਕਹਿੰਦੇ ਉਹਨਾਂ ਦੇ ਸਿਰ 'ਤੇ ਹੱਥ ਰੱਖਤਾ, ਫਿਰ ਤੁਸੀਂ ਪ੍ਰੇਮ ਨਾਲ ਰਹੋ, ਜਿਹੜੀ ਤੁਹਾਡੀ ਪ੍ਰਜਾ ਆ ਜਾਂ ਹੋਰ ਉਹਨਾਂ ਸੁੱਖ ਸ਼ਾਂਤੀ ਰੱਖੋ। ਇਹ ਮਹਾਰਾਜ ਨੇ ਆਸ਼ੀਰਵਾਦ ਦਿੱਤਾ ਹੈ। ਇਹ ਜਿਹੜਾ ਇਹ ਮੈਂਸ਼ਨ ਹੈ ਭਗਤ ਰਚਨਾਵਲੀ ਰੈਦਾਸ ਕੀ ਪਰਚਾਈ, ਇਹ 600 ਮੇਰੇ ਖਿਆਲ ਹੁਣ ਤਾਂ ਹੋ ਗਏ 600 ਸਾਲ ਦੇ ਉੱਪਰ ਲਿਖੀ ਗਈ ਹੈ। ਸੋ ਇਹ ਜਿਹੜੀ ਡੰਡੌਤ ਵਾਲੀ ਆ, ਇਹਦੇ ਵਿੱਚ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਇਹਦਾ ਜ਼ਿਕਰ ਕੀਤਾ ਹੈ। ਮੇਰੀ ਜਾਤ ਕੁੱਟ ਬਾਂਡਲਾ ਢੋਰ ਢਵੰਤਾ, ਨਿਤ ਹੀ ਬਨਾਰਸੀ ਆਸ ਪਾਸਾ, ਅਬ ਵਿਪਰ ਪ੍ਰਧਾਨ ਤੈ ਕਰੇ ਡੰਡੌਤ, ਤੇਰੇ ਨਾਮ ਸੁਣਾਏ ਰਵਿਦਾਸ ਦਾਸਾ। ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਲਿਖਿਆ ਹੈ। ਸੋ ਇਹ ਦੇਖੋ ਵੀ ਇਹ ਕਿੰਨੀ ਵੱਡੀ ਗੱਲ ਹੈ। ਸੋ ਜਿਹੜਾ ਮੇਵਾੜ ਦਾ ਸ਼ਾਸਕ ਸੀਗਾ, ਫਿਰ ਉਹਦੇ ਬਾਅਦ ਬਿਕਰਮ ਦਾ ਦੇ ਬਾਅਦ ਉਹ ਤੋਂ ਛੋਟਾ ਦਾ ਭਰਾ ਉਦੇ ਸਿੰਘ ਬੈਠਾ, ਉਹ ਵੀ ਇੰਨਾ ਹੀ ਜ਼ਾਲਮ ਸੀਗਾ। ਅਤੇ ਉਹਨੂੰ ਫਿਰ ਉਹਦੇ ਜਿਹੜੇ ਪੰਡਤ ਪ੍ਰੋਹਤ ਆ, ਉਹਦੇ ਜਿਹੜੇ ਸਲਾਹਕਾਰ ਐਡਵਾਈਜ਼ਰ ਨੇ ਕਿਹਾ ਵੀ ਇਹ ਮੀਰਾਂ ਦਾ ਸਰਾਫ ਲੱਗਿਆ ਆ, ਤਾਂ ਹੀ ਤੁਹਾਡੀ ਜਿਹੜੀ ਰਿਆਸਤ ਦਾ ਸੱਤਿਆਨਾਸ਼ ਹੋ ਰਿਹਾ, ਕਤਲੇਆਮ ਹੋ ਰਿਹਾ, ਤੁਸੀਂ ਉਹਨੂੰ ਲਿਆਓ ਜਾ ਕੇ ਮੀਰਾਂ ਬਾਈ ਨੂੰ ਕਿਸੇ ਤਰ੍ਹਾਂ, ਤਾਂ ਇਹ ਗੱਲ ਬਣਨੀ ਹੈ। ਕਹਿੰਦੇ ਹਨ ਫਿਰ ਜਿਹੜਾ ਇਹ ਸੀਗਾ ਉਦੇ ਸਿੰਘ ਨੇ ਆਪਣੀ ਫੌਜ ਨਾਲ ਭੇਜੀ ਪੰਡਤ ਪ੍ਰੋਹਤ, ਵੀ ਜਿੱਥੇ ਵੀ ਹੈਗੀ ਹੈ ਮੀਰਾਂ ਬਾਈ ਉਹਨੂੰ ਲੱਭ ਕੇ ਲਿਆਓ, ਜੇ ਨਹੀਂ ਆਉਂਦੀ ਉਹਨੂੰ ਚੱਕ ਕੇ ਲਿਆਓ। ਅਤੇ ਤਾਂ ਕਿ ਇਹ ਫਿਰ ਸਾਰੇ ਜਿਹੜਾ ਜਥਾ ਗਿਆ, ਉਸ ਵੇਲੇ ਕਹਿੰਦੇ ਬ੍ਰਿੰਦਾਵਨ ਸੀ, ਇੱਕ ਮੰਦਰ ਦੇ ਬਾਹਰ ਸੀ, ਅਤੇ ਇਹ ਜਿੱਧਰ ਵੀ ਜਾਂਦੀ ਸੀ ਇੰਨੀ ਦੇਵੀ ਪ੍ਰਗਟ ਹੋਈ ਸੀ ਅਤੇ ਦੁਨੀਆ ਦਾ ਹਜੂਮ ਇਕੱਠਾ ਹੋ ਜਾਂਦਾ ਸੀ। ਅਤੇ ਇਹਨੇ ਬੇਨਤੀ ਕੀਤੀ ਵੀ ਜਿਹੜੀ ਮੇਵਾੜ ਰਿਆਸਤ ਉਹਦਾ ਬੜਾ ਬੁਰਾ ਹਾਲ, ਉੱਥੇ ਬਹੁਤ ਕਾਲ ਪੈ ਰਿਹਾ, ਅਤੇ ਤੁਸੀਂ ਜਾਓ, ਤੁਹਾਡੇ ਪੈਰ 'ਤੇ ਪੈਣ ਚਰਨ 'ਤੇ ਤਾਂ ਹੀ ਕੋਈ ਭਲਾ ਹੋਣਾ ਹੈ। ਅਤੇ ਇਹ ਪਹਿਲਾਂ ਮੰਨਦੀ ਨਾ ਸੀ, ਉਹ ਕਹਿੰਦੇ ਵੀ ਇੱਦਾਂ ਵੀ ਜੇ ਤੂੰ ਨਹੀਂ ਗਈ ਤਾਂ ਸਾਨੂੰ ਸਾਰਿਆਂ ਨੂੰ ਉਹਨੇ ਕਤਲ ਕਰਾ ਦੇਣਾ, ਫਿਰ ਸਾਡੀ ਜਾਨ ਦੇ ਲਈ ਸਾਡੀ ਮਿਹਨਤ ਮੰਨ ਲਾ। ਉਹਨੇ ਫਿਰ ਦੇਖਿਆ, ਕਹਿੰਦੀ ਅੱਛਾ ਇੱਦਾਂ ਕਰਦੀ ਹਾਂ, ਮੈਨੂੰ ਮਿਹਨਤ ਦਿਓ, ਮੰਦਰ ਦੇ ਵਿੱਚ ਮੈਂ ਮੱਥਾ ਟੇਕ ਲੈਣਾ। ਫਿਰ ਬਾਹਰ ਉਹ ਸਾਰੇ ਬਾਹਰ ਆ ਗਏ, ਉਹ ਮੰਦਰ 'ਚ ਗਈ, ਮੰਦਰ 'ਚੋਂ ਨਿਕਲੀ ਨਾ 1 ਘੰਟਾ ਹੋ ਗਿਆ, 2 ਘੰਟੇ ਹੋ ਗਏ। ਉਹ ਕਹਿੰਦਾ ਦੇਖੋ ਕਿਉਂ ਨਹੀਂ ਨਿਕਲ ਰਹੀ। ਜਦ ਦੇਖਿਆ ਤਾਂ ਉੱਥੇ ਮੀਰਾਂ ਗਾਇਬ ਸੀ, ਉਹ ਜਿਹੜਾ ਦੁਪੱਟਾ ਸੀਗਾ ਉਹ ਕ੍ਰਿਸ਼ਨ ਮੂਰਤੀ ਦੇ, ਕ੍ਰਿਸ਼ਨ ਮਹਾਰਾਜ ਦੀ ਮੂਰਤੀ ਨਾਲ ਚਿਪਕਿਆ ਸੀ। ਕਹਿੰਦੇ ਹਨ ਵੀ ਮੀਰਾ ਉਸ ਮੂਰਤੀ 'ਚ ਅਲੋਪ ਹੋ ਗਈ ਹੈ, ਪਰ ਕੁਝ ਇਤਿਹਾਸਕਾਰ ਇਹ ਮੰਨਦੇ ਹਨ ਕਿ ਅਸਲ ਦੇ ਵਿੱਚ ਫਿਰ ਮੀਰਾਂ ਦਾ ਕਤਲ ਕਰਤਾ, ਉਹਦੀ ਲਾਸ਼ ਦਾ ਪਤਾ ਨਹੀਂ ਲੱਗਾ ਅੱਜ ਤਾਈਂ। ਸੋ ਇਹਦੇ ਬਾਰੇ ਵਾਦ ਵਿਵਾਦ ਹੈ। ਸੋ ਪਰ ਜਿਹੜਾ ਮੇਰਾ ਕਨਸਰਨ ਹੈ ਉਹ ਹੈ ਵੀ ਗੁਰੂ ਰਵਿਦਾਸ ਜੀ ਦੇ ਨਾਲ ਇਹ ਮੀਰਾਂ ਦਾ ਕਿੱਦਾਂ ਫਿਰ ਮੇਲ ਹੋਇਆ। ਅਤੇ ਇਹ ਇਸ ਕਰਕੇ ਹੈ ਮੀਰਾਂ ਦਾ ਇੱਕ ਸ਼ੂਦਰ ਗੁਰੂ ਨੂੰ, ਇੱਕ ਸ਼ੂਦਰ ਵਿਅਕਤੀ ਨੂੰ, ਸ਼ੂਦਰ ਸੰਤ ਨੂੰ ਹੀ ਗੁਰੂ ਧਾਰਨਾ, ਉਹਦੇ ਲਈ ਦੁੱਖਾਂ ਦਾ ਪਹਾੜ ਡਿੱਗਿਆ ਹੈ। ਉਸ ਦੀਆਂ ਜਿਹੜੀਆਂ ਰਚਨਾਵਾਂ ਹਨ ਉਸ ਵੇਲੇ ਕਿਸੇ ਨੇ ਟੱਚ ਨਹੀਂ ਕੀਤੀਆਂ, ਇਹਨੂੰ ਕੋਈ ਮਹਾਨਤਾ ਦਿੱਤੀ, ਪਰ ਅੱਜ ਇਹਦੀਆਂ ਰਚਨਾਵਾਂ ਨੂੰ ਯੂਨੀਵਰਸਿਟੀਆਂ ਵਿੱਚ ਪੜ੍ਹਾਇਆ ਜਾਂਦਾ ਹੈ। ਸੋ ਉਹਦੇ ਵਿੱਚ ਦੇਖੋ ਲਿਖ ਕੇ ਜਿਸ ਤਰ੍ਹਾਂ ਜੇ ਗੁਰੂ ਰਵਿਦਾਸ ਜੀ ਨਾਂ ਲਿਖਦੇ ਨਾ, ਕਹਿ ਰਵਿਦਾਸ ਖਲਾਸ ਚਮਾਰਾ ਕਈ ਜਗ੍ਹਾ ਚਮਾਰ ਸ਼ਬਦ, ਤਾਂ ਇਹ ਬ੍ਰਾਹਮਣਾਂ ਨੇ ਨਾਲ ਲਾਣਾ, ਸਾਨੂੰ ਪਤਾ ਨਹੀਂ ਲੱਗਣਾ ਵੀ ਇਹ ਮਹਾਰਾਜ ਸਾਡੇ। ਇੱਦਾਂ ਹੀ ਜਿਹੜੀ ਹੈ ਮੀਰਾਂ ਬਾਈ, ਇਹਦੀ ਵੀ ਜਿਹੜੀ ਜੇ ਨਾਂ ਲਿਖ ਕੇ ਜਾਂਦੀ ਹੈ ਆਪਣੇ ਨਾਵਾਂ 'ਚ, ਤਾਂ ਇਹ ਪਤਾ ਨਹੀਂ ਲੱਗਣਾ। ਅਤੇ ਅਜੇ ਵੀ ਕਿਹੜੇ ਜਾਤਵਾਦੀ ਆ, ਉਹ ਕਹਿੰਦੇ ਸੀ ਇੱਕ ਫਿਲਮ ਇੱਕ ਨੇ ਬਣਾਈ ਸੀ, ਇੱਕ ਮੈਨੂੰ ਯਾਦ ਆ, ਉਹ ਕਹਿੰਦਾ ਮੈਂ ਫਿਲਮ ਬਣਾਈ ਪਰ ਮੈਂ ਇਹਦੇ ਵਿੱਚ ਕੋਈ ਰਵਿਦਾਸ ਦਾ ਜ਼ਿਕਰ ਨਹੀਂ ਕਰੂੰਗਾ। ਅਤੇ ਸੋ ਇਹ ਅਜੇ ਵੀ ਇਹਨਾਂ ਦੇ ਦਿਲਾਂ ਵਿੱਚ ਨਹੀਂ ਜਾਂਦੀ, ਪਰ ਜਿਹੜਾ ਲਿਖ ਗਏ ਆ ਅਤੇ ਉਹਨੂੰ ਕੋਈ ਝੁਠਲਾ ਨਹੀਂ ਸਕਦਾ। ਅਤੇ ਹੁਣ ਅਸੀਂ ਆਈਏ, ਇੱਕ ਮੈਂ ਤੁਹਾਨੂੰ ਬੜਾ ਇਹਦੇ ਬਾਰੇ ਬਹੁਤ ਵੱਡੀ ਗੱਲ ਦੱਸਣੀ ਹੈ। ਅਤੇ ਮੀਰਾਂ ਬਾਈ ਖੁਰਾਲਗੜ੍ਹ ਖੁਰਾਲੀ ਵੀ ਗਏ, ਜਿੱਥੇ ਕਿ ਗੁਰੂ ਸਾਹਿਬ 4 ਸਾਲ 2 ਮਹੀਨੇ 11 ਦਿਨ ਰਹੇ ਆ, ਅਤੇ ਉੱਥੇ ਵੀ ਗਏ ਆ। ਅਤੇ ਉੱਥੇ ਦੀ ਜਿਹੜੀ ਹੈ ਉਹਦੇ ਬਾਰੇ ਵੀ ਮੈਂ ਆਪ ਜੀ ਨੂੰ ਦੱਸਣਾ, ਪਰ ਉਹ ਤੋਂ ਪਹਿਲਾਂ ਇੱਕ ਹੋਰ ਹੋ ਜਾਵੇ ਮੀਰਾਂ ਬਾਈ ਦੀ, ਉਸ ਦੇ ਵਿੱਚ ਇੱਕ ਹੋਰ ਭਜਨ ਹੋ ਜਾਵੇ, ਤਾਂ ਕਿ ਫਿਰ ਅਸੀਂ ਅੱਗੇ ਚੱਲੀਏ। ਇੱਕ ਮੈਨੂੰ ਸੈਕਿੰਡ ਦਿਓ ਜੀ, ਅਤੇ ਆ ਲਓ ਜੀ।
ਕੰਛ 'ਚ ਆ ਕੇ ਜਿਹਨੇ ਭਾਗ ਲਾਏ ਧਰਤੀ ਨੂੰ, ਸਾਰੇ ਪਾਸੇ ਖੁਸ਼ੀਆਂ ਦੀ ਖਿੜ ਗਈ ਬਹਾਰ ਹੈ। ਊਚ ਨੀਚ ਛੂਤ ਛਾਤ ਬੋਲਦੀ ਸੀ ਸਿਰ ਚੜ, ਵੱਡੇ ਹੰਕਾਰੀਆਂ ਦੀ ਹੋਈ ਜਾਂਦੀ ਹਾਰ ਹੈ। ਪੱਥਰਾਂ ਨੇ ਤਾਰੀਆਂ ਲਗਾਈਆਂ ਜਦੋਂ ਗੰਗਾ ਉੱਤੇ, ਪੰਡਤਾਂ ਦੇ ਦਿਲ ਵਿੱਚ ਫਿਰੀ ਜਾਂਦੀ ਤਾਰ ਹੈ। ਮੀਰਾਬਾਈ ਆਣ ਜਦੋਂ ਧਾਰ ਲਿਆ ਗੁਰੂ ਜੀ ਨੂੰ, ਬੱਬਰ ਰਾਈ ਜਾਗੇ ਉਹਨੂੰ ਕਰਦਾ ਪਿਆਰ ਹੈ। ਬੱਬਰ ਰਾਈ ਜਾਗੇ ਉਹਨੂੰ ਕਰਦਾ ਪਿਆਰ ਹੈ। ਬੀਬੀ ਸੰਦੀਪ ਕੌਰ ਖਾਲਸਾ ਦਰਵੇਸ਼ ਪਿੰਡ ਵਾਲੀਆਂ ਬੀਬੀਆਂ ਦਾ ਢਾਡੀ ਜਥਾ ਹੈ, ਇਉਂ ਬਿਆਨ ਕਰਦਾ ਬਈ। ਹਰ ਸੋਹੀਰਾ ਛੱਡ ਕੇ ਕਰੇ ਆਨ ਕੀ ਆਸ, ਤੇਰੇ ਦੂਜ ਤੇ ਜਾਹੇਗੇ
ਆਪ ਜੀ ਨੇ ਇਹ ਭਜਨ ਸੁਣਿਆ ਜੀ ਤੇ ਮੀਰਾਬਾਈ ਜੀ ਬਾਰੇ ਉਮੀਦ ਹੈ ਕਿ ਤੁਸੀਂ ਵੀ ਇਸ ਜਿਹੜੀ ਮੈਂ ਤੁਹਾਨੂੰ ਜਾਣਕਾਰੀ ਦਿੱਤੀ ਉਹ 'ਤੇ ਕੁਛ ਹਾਸਲ ਕਰੋਗੇ। ਅਤੇ ਮੈਂ ਕੋਸ਼ਿਸ਼ ਕਰ ਰਿਹਾ ਵੀ ਹੁਣ ਮੈਂ ਤੁਹਾਨੂੰ ਦੱਸਦਾ ਵੀ ਜੀ ਮੀਰਾਬਾਈ ਖਰਾਲਗੜ੍ਹ ਖਰਾਲੀ ਜਿੱਥੇ ਮਹਾਰਾਜ ਜੀ ਦੇ ਚਰਨ ਛੋਹ ਪ੍ਰਾਪਤ ਹੈ ਉੱਥੇ ਵੀ ਗਈ ਹੈ। ਸੰਨ 1515 'ਚ ਗੁਰੂ ਜੀ ਉੱਥੇ 4 ਸਾਲ 2 ਮਹੀਨੇ 11 ਦਿਨ ਰਹੇ ਆ, ਜਿੱਥੇ ਇਤਿਹਾਸ ਦੱਸਦਾ ਹੈ। ਅਤੇ ਕਹਿੰਦੇ ਹਨ ਵੀ ਜਦੋਂ 1515 ਦੇ ਵਿੱਚ ਗੁਰੂ ਜੀ ਲੁਧਿਆਣੇ ਰਾਹੀਂ ਪਿੰਡ ਚੱਕ ਹਕੀਮ ਫਗਵਾੜੇ ਦੇ ਕੋਲ ਆਏ ਅਤੇ ਫਿਰ ਜਲੰਧਰ ਗਏ, ਫਿਰ ਸੁਲਤਾਨਪੁਰ ਲੋਧੀ ਅਤੇ ਫਿਰ ਖਰਾਲਗੜ੍ਹ ਖਰਾਲੀ ਪਹੁੰਚੇ। ਜਿਹੜਾ ਖਰਾਲਗੜ੍ਹ ਖਰਾਲੀ ਹੈ ਗੜ੍ਹ ਸ਼ੰਕਰ ਤੋਂ ਉੱਪਰ ਹੈ 3-4 ਮੀਲ ਦੇ ਉੱਤੇ ਇਹ ਪਹਾੜੀ ਹੈ। ਉੱਥੇ ਪਹਾੜੀ ਰਾਜਾ ਬੈਨ ਸਿੰਘ ਸੀਗਾ, ਰਾਜਪੂਤ ਰਾਜਾ, ਉਹ ਰਾਜ ਕਰਦਾ ਸੀ। ਅਤੇ ਉਹਨੂੰ ਜਦੋਂ ਪਤਾ ਲੱਗਾ ਵੀ ਇਹ ਤਾਂ ਕੋਈ ਕਹਿੰਦੇ ਵੀ ਬੜਾ ਮਹਾਰਾਜ ਦਾ ਬੜੀ ਦੁਨੀਆ ਆਉਣ ਲੱਗ ਪਈ ਦੇਖਣ ਉਹਦੇ ਮੱਥਾ ਟੇਕਣ, ਅਤੇ ਇਹ ਕਹਿੰਦਾ ਵੀ ਉਹਨੂੰ ਇਹ ਵੀ ਦੱਸਿਆ ਵੀ ਇਹ ਹੈ ਚਮਾਰ ਜਾਤੀ ਦਾ, ਅਤੇ ਉਹਨੂੰ ਬੜੀ ਈਰਖਾ ਹੋਈ। ਉਹਨੇ ਮਹਾਰਾਜ ਨੂੰ ਕਿਹਾ ਵੀ ਇਹਨੂੰ ਫੜ ਲਓ, ਇਹਨੂੰ ਕੈਦ ਕਰ ਦਿਓ। ਅਤੇ ਮਹਾਰਾਜ ਨੂੰ ਉੱਥੇ ਜੇਲ੍ਹ ਦੇ ਵਿੱਚ ਡੱਕ ਦਿੱਤਾ। ਅੱਗੇ ਹੁੰਦਾ ਸੀ ਕੈਦੀਆਂ ਤੋਂ ਕੰਮ ਕਰਾਉਂਦੇ ਸੀ, ਜਿਹੜੀ ਨਾ ਚੱਕੀ ਤੋਂ ਆਟਾ ਪਸਾਉਂਦੇ ਸੀਗੇ। ਅੱਗੇ ਚੱਕੀਆਂ ਜਿਹੜੀਆਂ ਹੱਥੀਂ ਆਟਾ ਘੁੰਮਾਉਣਾ ਚੱਕੀ ਦੇ ਨਾਲ, ਅਤੇ ਉੱਥੇ ਮਹਾਰਾਜ ਨੂੰ ਇੱਕ ਚੱਕੀ ਦੇ ਮੋਰੇ ਪਿਲਾਓ ਜਿੱਥੇ ਆਟਾ ਪੀਓ। ਅਤੇ ਉਹ ਹੁਣ ਤੁਹਾਨੂੰ ਪਤਾ ਆਪ ਲੋਕ ਪਹੁੰਚੀ ਹੋਈ ਸੀ। ਉਹ ਕਹਿੰਦੇ ਵੀ ਉਹ ਮਹਾਰਾਜ ਆਪਣੀ ਭਗਤੀ 'ਚ ਬੈਠੇ ਤਾਂ ਜਿਹੜੀ ਚੱਕੀ ਦੇ ਪੁੜ ਆਪਣੇ ਆਪ ਹੀ ਘੁੰਮਣ। ਅਤੇ ਉਹ ਫਿਰ ਲੋਕਾਂ ਨੇ ਫਿਰ ਬੜਾ ਹੋਇਆ ਵੀ ਇਹ ਕੀ ਹੋ ਰਿਹਾ, ਇਹ ਤਾਂ ਕੋਈ ਬਹੁਤ ਉੱਚਾ ਸੰਤ ਹੈ। ਅਤੇ ਫਿਰ ਉੱਧਰ ਜਿਹੜੀ ਮੀਰਾਬਾਈ ਸੀਗੀ, ਮੀਰਾਬਾਈ ਤੁਹਾਨੂੰ ਪਤਾ ਹੋਏ ਜਦੋਂ ਇਹਨਾਂ ਦੇ ਦਰਸ਼ਨ ਕੀਤੇ ਵਿਆਕਲ ਸੀ, ਇਹਨਾਂ ਤੋਂ ਬਿਨਾਂ ਰਹਿੰਦੀ ਨਹੀਂ ਸੀ। ਉਹ ਵੀ ਕਹਿੰਦੇ ਮਗਰ ਹੀ ਆ ਗਈ। ਅਤੇ ਉਹਨੂੰ ਪਤਾ ਲੱਗਾ ਉਹਦਾ ਮਾਸੜ ਸੀ ਜਿਹੜਾ ਰਾਜਾ ਬੈਨ ਸਿੰਘ ਸੀਗਾ ਉਸ ਏਰੀਏ ਦਾ, ਅਤੇ ਉਹਨੂੰ ਜਦ ਪਤਾ ਲੱਗਾ ਵੀ ਇਹ ਤਾਂ ਇਹਦੀ ਸੇਵਕ ਉਹਨੇ ਉਹਨੂੰ ਬੜੀਆਂ ਝਿੜਕਾਂ ਦਿੱਤੀਆਂ ਵੀ ਇੱਕ ਚਮਾਰ ਸੰਤ ਨੂੰ ਕਹਿੰਦੀ ਸੰਤ ਨਹੀਂ ਇਹ ਤਾਂ ਰਹਿਬਰ ਆ, ਇਹਦੀ ਤਾਂ ਇੰਨੀ ਕਿਰਪਾ ਤਾਂ ਇਹੀ ਕਹਿੰਦੇ ਚਲੋ ਮੇਰੇ ਨਾਲ। ਮੈਂ ਜਦ ਦੇਖਿਆ ਤਾਂ ਮਹਾਰਾਜ ਬੈਠੇ ਆ ਅਤੇ ਚੱਕੀ ਆਪਣੇ ਆਪ ਹੀ ਘੁੰਮ ਰਹੀ ਆ। ਫਿਰ ਰਾਜਾ ਬੈਨ ਸਿੰਘ ਵੀ ਉਹਨਾਂ ਦੇ ਪੈਰੀਂ ਪੈ ਗਿਆ। ਅਤੇ ਉੱਥੇ ਇਹਨੇ ਮੀਰਾਬਾਈ ਨੇ ਇਹ ਲਿਖਿਆ ਸੀ ਜਦੋਂ ਇਹਨਾਂ ਆਰਗੂਮੈਂਟ ਹੋਇਆ ਆਪਣੇ ਮਾਸਟਰ ਦੇ ਨਾਲ। ਮੀਰਾ ਕਹਿਣ ਲੱਗੀ, ਉਹਨੇ ਆਪਣੀ ਰਚਨਾ ਦੇ ਵਿੱਚ ਲਿਖਿਆ ਯੋ ਮਾਰਗ ਮਹਾਨੇ ਨੀਠ ਮਿਲਿਓ ਛੇ। ਇੱਥੋਂ ਕਹਿੰਦੀ ਜਿਹੜੇ ਮੈਨੂੰ ਮੇਰੇ ਦਿਲ ਦੀ ਰੌਸ਼ਨੀ ਮਿਲੀ ਹੈ ਮੈਨੂੰ ਸਤਿਗੁਰੂ ਦੇਵ ਬਤਾਏ, ਇਹ ਸੱਚੇ ਪਾਤਸ਼ਾਹ ਨੇ ਮੈਨੂੰ ਦੱਸਿਆ ਹੈ। ਯੋ ਮਾਰਗ ਮਹਾਨੇ ਨੀਠ ਮਿਲਿਓ ਛੇ ਸਤਿਗੁਰੂ ਦੇਵ ਬਤਾਏ, ਮਾਥਾ ਸਾਟੇ ਧਾਰਨ ਕੀਦੋ ਕੌਂਕਰ ਛੋੜਿਓ ਜਾਏ। ਕਹਿੰਦੀ ਇਹ ਸੱਚਾ ਅਤੇ ਸੁੱਚਾ ਮਾਰਗ ਮੈਨੂੰ ਗੁਰੂ ਰਵਿਦਾਸ ਜੀ ਪਾਸੋਂ ਆਪਣੀ ਜਿੰਦ ਜਾਨ ਦੇ ਵੱਟੇ ਮਿਲਿਆ ਹੈ। ਭਾਵੇਂ ਜਿੰਦ ਜਾਨ ਨਿਕਲ ਜਾਵੇ ਤਾਂ ਵੀ ਮੈਂ ਇਹਨੂੰ ਨਹੀਂ ਛੱਡਦੀ। ਅਤੇ ਇਹ ਆਪਣੇ ਬੈਨ ਸਿੰਘ ਨੂੰ ਰਾਜਾ ਬਾਣ ਸਿੰਘ ਨੂੰ ਕਿਹਾ ਸੀ। ਅਤੇ ਉੱਥੇ ਫਿਰ ਜਦੋਂ ਰਾਜਾ ਬੈਨ ਸਿੰਘ ਅਤੇ ਹੋਰ ਜਿਹੜੇ ਸਾਰੇ ਪੈਰੀ ਪੈ ਗਿਆ ਸੀ, ਇਹਨੇ ਬੇਨਤੀ ਕੀਤੀ ਮਹਾਰਾਜ ਸਾਡੇ ਇੱਥੇ ਪਾਣੀ ਦੀ ਬੜੀ ਕਿੱਲਤ ਆ, ਪਹਾੜੀ ਏਰੀਆ। ਅਤੇ ਕਹਿੰਦੇ ਫਿਰ ਮਹਾਰਾਜ ਨੇ ਉੱਥੇ ਇੱਕ ਨਦੀ ਜਿਹੀ ਚੱਲਦੀ ਸੀ, ਉੱਥੇ ਸੁੱਕੀ ਹੋਈ ਸੀ, ਉੱਥੇ ਇੱਕ ਪੈਰ ਦੇ ਅੰਗੂਠੇ ਨਾਲ ਇੱਕ ਪੱਥਰ ਪੁੱਟਿਆ, ਉੱਥੇ ਝਰਨੇ ਪਾਣੀ ਦੇ ਜਿਹੜੇ ਕਿ ਅਜੇ ਵੀ ਉੱਥੇ ਮੈਂ ਖੁਦ ਦਰਸ਼ਨ ਕਰਕੇ ਆਇਆ ਹਾਂ ਅਤੇ ਪਤਾ ਨਹੀਂ ਲੱਗ ਰਿਹਾ ਪਾਣੀ ਨਿਕਲ ਕਿੱਥੋਂ ਰਿਹਾ ਹੈ। ਅਤੇ ਉੱਥੇ ਵੀ ਹੁਣ ਜਿਹੜਾ ਬਹੁਤ ਵੱਡਾ ਆਲੀਸ਼ਾਨ ਮਹਾਰਾਜ ਦਾ ਮੰਦਰ ਬਣ ਗਿਆ ਹੈ। ਅਤੇ ਇੱਕ ਤਾਂ ਤਪ ਸਥਾਨ ਹੈ, ਅਗਰ ਆਪ ਖਰਾਲਗੜ੍ਹ ਖਰਾਲੀ ਜਾਓ ਮਹਾਰਾਜ ਦੇ ਚਰਨ ਛੋਹ ਦੇ ਦਰਸ਼ਨ ਕਰੋ, ਬੜੀ ਰੂਹ ਨੂੰ ਬਹੁਤ ਤਸੱਲੀ ਹੁੰਦੀ ਹੈ। ਅਤੇ ਇੰਨੀ ਉੱਥੇ ਹੁਣ ਮਾਨਤਾ ਹੋਣ ਲੱਗ ਪਈ ਹੈ ਵੀ ਮੈਂ ਜਦੋਂ ਗਿਆ ਸੀ ਤਾਂ ਮੈਨੂੰ 2 ਘੰਟੇ ਮੱਥਾ ਟੇਕਣ ਦੇ ਲਈ ਖੜ੍ਹਨਾ ਪਿਆ ਸੀ। ਸੋ ਬਿਹਤਰ ਹੈ ਤੁਸੀਂ ਜ਼ਿਆਦਾ ਜਿਹੜੇ ਨਾ ਜਦੋਂ ਕੋਈ ਮੇਲਾ ਲੱਗਦਾ ਜਾਂ ਕੋਈ ਸੰਗਰਾਂਦ ਜਾਂ ਹੋਰ ਇੱਦਾਂ ਦੀ ਤੁਸੀਂ ਹੋਰ ਔਰਡਨਰੀ ਡੇ ਚਲੇ ਜਾਓ ਅਤੇ ਦੋਨੋਂ ਜਗ੍ਹਾ ਦਰਸ਼ਨ ਕਰੋ। ਬਹੁਤ ਹੀ ਮਨ ਨੂੰ ਬਹੁਤ ਤਸੱਲੀ ਹੁੰਦੀ ਹੈ। ਸੋ ਇਹ ਬਹੁਤ ਹੀ ਸਾਡਾ ਇੱਕ ਕਿਸਮ ਦਾ ਤੀਰਥ ਆ। ਮੈਂ ਆਪਣੇ ਸਾਰੇ ਜਿੰਨੇ ਵੀ ਮੇਰੇ ਕੁੱਲ ਦੇ ਬੰਦੇ ਹਨ ਸਾਰੇ ਪਲੀਜ਼ ਉੱਥੇ ਜ਼ਰੂਰ ਜਾਓ, ਉੱਥੇ ਮੱਥਾ ਟੇਕ ਕੇ ਆਓ। ਅਤੇ ਦੂਜਾ ਇਹਨਾਂ ਦਾ ਜਨਮ ਸਥਾਨ ਜਿਹੜਾ ਹੈ ਪ੍ਰਗਟ ਸਥਾਨ ਹੈ, ਕਾਂਸ਼ੀ ਤਾਂ ਹੈ ਹੀ ਹੈ। ਅਤੇ ਇਹ ਵੀ ਜਿਹੜਾ ਤੀਰਥ ਸਥਾਨ ਹੈ ਬਹੁਤ ਮਾਨਤਾ ਪ੍ਰਾਪਤ ਹੈ। ਅਤੇ ਦੇਖੋ ਇਹ ਮੀਰਾਬਾਈ ਕਿੰਨੀ ਮਹਾਨ 29 ਸਾਲ ਪਹਿਲਾਂ ਰਹੀ। ਇਹਦੀਆਂ ਦੋਨੋਂ ਰਚਨਾਵਾਂ ਜਿਹੜੀਆਂ ਉਹਨਾਂ ਦੇ ਵਿੱਚ ਡਿਫਰੈਂਟ ਆ। ਜਦੋਂ ਪਹਿਲਾਂ ਇਹ ਮਹਾਰਾਜ ਕ੍ਰਿਸ਼ਨ ਦੀ ਭਗਤ ਸੀ
ਉਸ ਵੇਲੇ ਨੇ ਲਿਖਿਆ ਵੀ ਜਾ ਕੇ ਸਿਰਮੁਰ ਮੁਕਟ ਮੇਰੇ ਪਤੀ ਸੋਈ, ਮੇਰੇ ਤੋਂ ਗਿਰਦਰ ਗੋਪਾਲ ਦੂਸਰਾ ਨਾ ਗੋਏ, ਮੈਂ ਗੋਬਿੰਦ ਲੀਨਾ ਮੋਲ। ਇਹ ਜਾਣੀ ਜਦੋਂ ਇਹ ਮਹਾਰਾਜ ਕ੍ਰਿਸ਼ਨ ਦੀ ਭਗਤ ਸੀ ਉਸ ਵੇਲੇ ਦੇ ਬੋਲ ਹੈ। ਫਿਰ ਆਪਣੀ ਰਚਨਾਵਾਂ ਦੇ ਵਿੱਚ ਜਦੋਂ ਗੁਰਦਾਸ ਜੀ ਨਾਲ ਮੇਲ ਹੋ ਗਿਆ ਅਤੇ ਉਸ ਵੇਲੇ ਨੇ ਉਸ ਕੀ ਕਹਿੰਦੀ ਹੈ, ਮੇਰੋ ਤੋਂ ਗਿਰਦਰ ਗੋਪਾਲ, ਦੇਖੋ ਉਹੀ ਲਫ਼ਜ਼ ਇੱਥੇ ਯੂਜ਼ ਕੀਤੇ ਆ, ਮੇਰੋ ਤੋਂ ਗਿਰਦਰ ਗੋਪਾਲ ਦੂਸਰਾ ਨਾ ਕੋਏ, ਗੁਰੂ ਹਮਾਰੇ ਰੈਦਾਸ ਜੀ ਸਰਨ ਨਚਿਤ ਸੋਏ। ਉਹੀ ਗਿਰਦਰ ਗੋਪਾਲ ਉਹੀ ਆ। ਅਤੇ ਟਾਈਮ ਬਦਲ ਗਿਆ ਜਦੋਂ ਮਹਾਰਾਜ ਦੇ ਦਰਸ਼ਨ ਹੋਏ, ਇੱਕ ਵਾਰੀ ਤਾਂ ਗਦ ਹੋ ਗਿਆ ਸੀ ਅਤੇ ਕਹਿੰਦੀ ਹੁਣ ਤਾਂ ਮੇਰਾ ਜਿਹੜਾ ਗਿਰਦਰ ਗੋਪਾਲ, ਗਿਰਦਰ ਕਹਿੰਦੇ ਆ ਜਿਹੜਾ ਮਹਾਬਲੀ, ਜਿੱਦਾਂ ਜਿਹੜਾ ਪਹਾੜ ਚੱਕ ਲਵੇ ਉਹਨੂੰ ਗਿਰਦਰ ਕਹਿੰਦੇ ਆ। ਸੋ ਕਹਿੰਦੀ ਹੁਣ ਮੇਰਾ ਤਾਂ ਗਿਰਦਰ ਗੋਪਾਲ ਗੁਰੂ ਰਵਿਦਾਸ ਹੀ ਆ, ਮੈਂ ਹੁਣ ਇਹ 'ਤੇ ਬਿਨਾਂ ਨਹੀਂ ਰਹਿ ਸਕਦੀ। ਕਿੱਥੇ ਪੰਜਾਬ, ਕਿੱਥੇ ਦੇਖ ਲਓ ਗੁਜਰਾਤ ਤੇ ਉੱਧਰ ਹੋਲੀ ਹੋਏ ਇੱਥੇ ਪਹੁੰਚ ਗਈ ਹੈ। ਸੋ ਮੈਂ ਤਾਂ ਇਸ ਦਾਤੇ ਦੇ ਚਰਨਾਂ ਦੇ ਵਿੱਚ ਲੱਖ ਲੱਖ ਪ੍ਰਣਾਮ ਕਰਦਾ ਹਾਂ ਕਿ ਐਡਾ ਵੱਡਾ ਸਤਿਗੁਰੂ, ਐਡਾ ਵੱਡਾ ਦਾਤਾ, ਅਤੇ ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਮਹਾਰਾਜ ਦੀ ਬੜੀ ਉਸਤਤ, ਇਹਨਾਂ ਨੂੰ ਗੁਰ ਸਤਿਗੁਰੂ ਪਰਮ ਪੁਰਖ ਅਤੇ ਇਸ ਤਰ੍ਹਾਂ ਦੀਆਂ ਨਵਾਦੀਆਂ ਨਾਲ ਗੁਰੂਆਂ ਨੇ ਆਪਣੀ ਜ਼ੁਬਾਨੀ ਮਹਾਰਾਜ ਦੀ ਸਿਫਤ ਕੀਤੀ ਹੈ। ਅਤੇ ਸੋ ਮੀਰਾ ਬਾਈ ਜਿਹੜੀ ਹੈ ਉਹਨਾਂ ਦੇ ਵਿੱਚੋਂ ਇੱਕ ਹੋਈ ਹੈ। ਸੋ ਆਓ ਅਸੀਂ ਜਿਹੜੇ ਗੁਰੂ ਜੀ ਦੇ ਉਪਦੇਸ਼ ਹੈ, ਐਡਾ ਵੱਡੇ ਦੀ ਸਾਡਾ ਸਤਿਗੁਰੂ ਹੈ, ਵੀ ਕਾਡ ਗੌਰਵ, ਅਸੀਂ ਆਲੇ ਦੁਆਲੇ ਨੂੰ ਟੱਕਰਾਂ ਨਾ ਮਾਰੀਏ, ਆਪਣੇ ਗੁਰੂ ਦਾ ਲੜ ਫੜੀਏ। ਅਤੇ ਇਹਦੇ ਕੋਲ ਉਹਨਾਂ ਦੀ ਜਿਹੜੀ ਬਾਣੀ, ਮਹਾਰਾਜ ਦੀ ਬਾਣੀ ਇੰਨੀ ਮਿਠਾਸ ਆ, ਇੱਕ ਵੀ ਲਫ਼ਜ਼ ਨਹੀਂ ਜਿਹੜਾ ਕਿਸੇ ਦੇ ਸ਼ਾਨ ਦੇ ਖਿਲਾਫ ਜਾਂ ਕਿਸੇ ਨੂੰ ਤੱਤਾ ਲੱਗਦਾ ਹੋਵੇ। ਇੰਨੀ ਮਿਠਾਸ ਆ ਬਾਣੀ ਦੀ, ਸਿੰਪਲ ਬੜੀ ਆ ਬਾਣੀ, ਔਰ ਉਹਦੇ ਵਿੱਚ ਡੂੰਘਾਈ ਇੰਨੀ ਆ ਇਹਨਾਂ ਦੀ ਬਾਣੀ ਦੇ ਵਿੱਚ ਅਤੇ ਬੇਮਿਸਾਲ, ਔਰ ਫਿਰ ਇੰਨੀ ਨਿਮਰਤਾ ਦੇ ਨਾਲ ਵਿੱਚ ਕ੍ਰਾਂਤੀ ਸੁਰ ਵੀ ਬਹੁਤ ਅਤੇ ਮਹਾਰਾਜ ਨੇ ਕਮਾਲ ਕੀਤੀ ਪਈ ਹੈ। ਅਤੇ ਸਾਡਾ ਆਪਣਾ ਫਰਜ਼ ਬਣਦਾ ਹੈ ਕਿ ਅਸੀਂ ਮਹਾਰਾਜ ਦੀ ਜਿਹੜੀਆਂ ਸਿੱਖਿਆਵਾਂ ਆ, ਉਹਨਾਂ ਦੀ ਜੀਵਨੀ ਆ, ਉਹਨਾਂ ਨੂੰ ਬਾਹਰ ਲਿਆਈਏ। ਅਤੇ ਹੋਰ ਤਾਂ ਤੁਸੀਂ ਦੇਖੋ ਇਸ ਤਾਂ ਗੁਰੂ ਸਾਡੇ ਜਿਹੜੇ ਹੈ ਗੁਰਦਾਸ ਭਵਨ ਵਗੈਰਾ ਉੱਥੇ ਹੀ ਆ ਇਹਨਾਂ ਦੇ ਫੋਟੋ ਲੱਗੀ, ਦੂਸਰੇ ਗੁਰਦੁਆਰੇ ਦਾ ਫੋਟੋ ਵੀ ਨਹੀਂ ਲਾਵੇ। ਫੋਟੋ ਦਾ ਕੀ ਲਾਣੀ, ਉਹ ਤਾਂ ਗੁਰੂ ਕਹਿਣ, ਭਗਤ ਵੀ ਨਹੀਂ ਕਹਿੰਦੇ, ਇਕੱਲਾ ਹੀ ਰਵਿਦਾਸ ਕਹਿਣਗੇ, ਰਵਿਦਾਸ ਗੁਰਦੁਆਰੇ ਆਹ ਰਵਿਦਾਸ ਨੇ ਕਿਹਾ, ਆਹ ਕਿਹਾ। ਸੋ ਸਾਡਾ ਫਰਜ਼ ਬਣਦਾ, ਜੇ ਅਸੀਂ ਹੋਰਨਾਂ ਗੁਰੂਆਂ ਦੇ ਨਾਲ ਲਾਉਣ ਤੋਂ ਪਹਿਲਾਂ ਗੁਰੂ ਸਾਡੇ ਆਪਣੇ ਆਪੇ ਮੂੰਹ 'ਚ ਟੱਪਦਾ, ਅਤੇ ਇੱਦਾਂ ਇਹ ਨਾਲ ਵੀ ਇਹ ਅਸੀਂ ਸ਼ੁਰੂ ਕਰਾਂਗੇ ਤਾਂ ਹੀ ਹੋਰ ਕਰਨਗੇ। ਸੋ ਮੇਰੀ ਆਪ ਸਭ ਨੂੰ ਬੇਨਤੀ ਹੈ ਕਿ ਹੋਰ ਲੜ ਲੱਗਣ ਦਾ ਕੋਈ ਲੋੜ ਨਹੀਂ ਤੁਹਾਨੂੰ। ਇਹ ਸਾਡਾ ਜਿਹੜਾ ਦਾਤਾ ਹੈ ਸਤਿਗੁਰੂ ਬਹੁਤ ਉੱਚਾ ਹੈ। ਸੋ ਅਸੀਂ ਇਹਦੇ ਆਸ਼ੀਰਵਾਦ ਲਈਏ ਅਤੇ ਇਹ ਧੂਮ ਧਾਮ ਨਾਲ ਆਪਸੀ ਜਿਹੜੇ ਵੈਰ ਵਿਰੋਧ ਆ, ਈਰਖਾ ਆ, ਅਤੇ ਉਹਨੂੰ ਲਈਏ। ਕਈ ਤਾਂ ਕਹਿੰਦੇ ਸਾਡਾ ਹੀ ਆ, ਉਹਨੇ ਜੇਬ 'ਚ ਪਾਇਆ। ਅਤੇ ਮੈਂ ਦੇਖਿਆ ਉਹਨਾਂ ਦੇ ਜਨਮ ਦਿਨ ਦੇ ਕੇਕ ਕੱਟਦੇ ਆ। ਤਾਂ ਇੱਕ ਮੈਂ ਹੋਰ ਸ਼ਬਦ ਲੱਗੇ, ਉਹ ਇੱਕ ਧਾਰਮਿਕ ਡੇਰਾ, ਉਹਦੇ 'ਚ ਨਾਲੇ ਬੀਬੀਆਂ ਡਾਂਸ ਕਰਨ, ਮੈਂ ਆਵਾਂ ਜਾਵਾਂ ਤੇਰੇ ਬਦਲੇ, ਇੱਦਾਂ ਦੀ ਦੇਖੋ। ਇੱਦਾਂ ਦਾ ਜਿਹੜਾ ਇਹਨੂੰ ਨਾ ਖਿਲਾਰੋ ਨਾ। ਸਾਡੇ ਗੁਰਪੁਰਬ ਹੁੰਦੇ ਆ, ਯੰਗਸਟਰ ਜਿਹੜੇ ਆ, ਮੁੰਡੇ ਕੁੜੀਆਂ, ਪਤਾ ਨਹੀਂ ਕੀ ਪੀਤਾ ਆ ਉਹਨਾਂ ਨੇ ਹੁੰਦਾ, ਅਤੇ ਤੁਹਾਡੇ 'ਚ ਨਿਮਰਤਾ ਹੋਣੀ ਚਾਹੀਦੀ ਆ ਵੀ ਲਓ ਜੀ ਅੱਜ ਸਾਡੇ ਦਾਤੇ ਦਾ ਇਹ ਗੁਰਪੁਰਬ, ਅੱਜ ਅਸੀਂ ਬੜੇ ਖੁਸ਼ ਹਾਂ, ਨਿਮਰਤਾ ਹੋ ਕੇ ਆਪਣੀ ਸੇਵਾ ਕਰੋ। ਕਿ ਉਹ ਡਰਾਉਂਦੇ ਆ ਮੋਟਰਸਾਈਕਲਾਂ 'ਤੇ ਟਰੋਂ ਕਰਦੇ ਆ, ਨਾਲੇ ਨਾਅਰੇ ਲਾਓਗੇ ਰਵਿਦਾਸ ਸ਼ਕਤੀ ਅਮਰ ਰਹੇ। ਦੱਸੋ ਇਹਨਾਂ ਦੀ ਸ਼ਕਤੀ 'ਤੇ ਤੁਹਾਨੂੰ ਕੋਈ ਸ਼ੱਕ ਆ? ਉਹ ਤਾਂ ਅਮਰ ਹੋ ਚੁੱਕੇ ਆ, ਉਹ ਅਮਰ ਹੋਏ ਆ ਆਲਰੇਡੀ। ਅਤੇ ਇੱਦਾਂ ਵੀ ਜਿੱਦਾਂ ਤੁਸੀਂ ਖੁਦ ਉਹਨਾਂ ਨੂੰ ਪਿਆਰ ਦੇ ਰਹੇ ਆ। ਸੋ ਇੱਦਾਂ ਦੀਆਂ ਜਿਹੜੀਆਂ ਨਾ ਇਹ ਛੋਟਾਪਣ ਨਾ ਦਿਖਾ ਲਓ। ਗੁਰੂ ਮਹਾਰਾਜ ਇਹਨਾਂ ਸ਼ਕਤੀਆਂ ਤੋਂ, ਕਰਾਮਾਤਾਂ ਤੋਂ ਉੱਪਰ ਸੀਗੇ। ਕਰਾਮਾਤ ਕਰੋਪੀ ਦਾ ਨਾਂ। ਕਰਾਮਾਤੀ ਉਹ ਬੰਦਾ ਜਿਹੜਾ ਜਾਦੂਗਰ, ਭਈ ਜਿਹੜਾ ਕੰਮ ਪਰਮਾਤਮਾ ਨਹੀਂ ਕਰ ਸਕਦਾ ਉਹ ਮੈਂ ਕਰਦਾ। ਅਤੇ ਮਹਾਰਾਜ ਤਾਂ ਇਹਨਾਂ ਤੋਂ ਬਹੁਤ ਉੱਪਰ ਸੀਗੇ। ਇਹ ਤੁਸੀਂ ਆ ਜਿਹੜੇ ਰਵਿਦਾਸ ਸ਼ਕਤੀ ਅਮਰ ਰਹੇ, ਇਹ ਮੈਨੂੰ ਤਾਂ ਕੋਈ ਲੱਭਦਾ ਨਹੀਂ ਕਿ ਤੁਸੀਂ ਉਹਦੀ ਸਿਫਤ ਕਰ ਰਹੇ ਮਹਾਰਾਜ ਦੀ। ਤੁਸੀਂ ਇੱਦਾਂ ਸ਼ੋਅ ਕਰ ਰਹੇ ਆ ਵੀ ਸਾਡੇ ਕੋਲ ਇੱਕ ਇੱਦਾਂ ਦਾ ਚਿਰਾਗਦੀਨ ਆ, ਇੱਕ ਰਵਿਦਾਸ ਚਿਰਾਗਦੀਨ ਆ, ਇਹ ਸਾਡੇ ਕੋਲ ਦੀ ਸ਼ਕਤੀ ਨਾਲ ਤੁਹਾਨੂੰ ਭਸਮ ਕਰ ਦੇਣਗੇ। ਸੋ ਮੇਰੀ ਤਾਂ ਮੈਨੂੰ ਲੱਗਦਾ ਇਹੀ ਧਾਰਨਾ ਹੈ ਵੀ ਤੁਸੀਂ ਸਤਿਗੁਰੂ ਦੇ ਗੁਣ ਗਾਓ ਨੀਵੇਂ ਹੋ ਕੇ, ਇੰਨੀ ਤੁਹਾਡੇ 'ਚ ਮਿਠਾਸ ਹੋਵੇ, ਦੂਜੀਆਂ ਵੀ ਕਹਿਣ ਵੀ ਵਾਕਿਆ ਵੀ ਇਹ
ਇਹ ਤਾਂ ਪਤਾ ਨਹੀਂ ਇਹਨਾਂ ਦਾ ਕਿਹੜਾ ਰਹਿਬਰ ਜਿਹੜੇ ਇੰਨੇ ਨੀਵੇਂ ਹੋ ਕੇ। ਸੋ ਜਿੱਥੇ ਲੋੜ ਪੈਂਦੀ ਹੈ ਉੱਥੇ ਇਕੱਠੇ ਜ਼ਰੂਰ ਹੋਣਾ ਚਾਹੀਦਾ, ਪਰ ਆਹ ਜਿਹੜਾ ਦਿਖਾਵਾ ਹੈ ਨਾ, ਛਾਤੀਆਂ ਠੋਕਣੀਆਂ, ਨਾਅਰੇ ਇੱਦਾਂ ਦੇ ਲਾਣੇ, ਇਹ ਠੀਕ ਨਹੀਂ ਹੈਗੇ। ਸੋ ਮੇਰੀ ਤਾਂ ਇਹੀ ਬੇਨਤੀ ਹੈ ਅਤੇ ਉਮੀਦ ਹੈ ਕਿ ਤੁਸੀਂ ਮੇਰਾ ਪ੍ਰੋਗਰਾਮ ਇਹ ਮੈਨੂੰ ਪਸੰਦ ਕੀਤਾ ਹੋਵੇਗਾ ਅਤੇ ਮੇਰੇ ਨਾਲ ਜੁੜੇ ਰਹੋਗੇ। ਅਤੇ ਮੈਂ ਅਗਲੇ ਸੰਡੇ ਆਪ ਜੀ ਲਈ ਕੋਈ ਹੋਰ ਸਬਜੈਕਟ ਲੈ ਕੇ ਆਵਾਂਗਾ, ਅਤੇ ਹੋ ਸਕਦਾ ਮੇਰੇ ਖਿਆਲ ਕ੍ਰਿਸਮਸ ਆ ਰਹੀ, ਇਹਦੇ ਬਾਰੇ ਪ੍ਰੋਗਰਾਮ ਕਰਾਂਗਾ। ਸੋ ਆਪ ਜੀ ਦਾ ਮੇਰੇ ਨਾਲ ਜੁੜਨ ਦਾ, ਮੇਰਾ ਪ੍ਰੋਗਰਾਮ ਲਿਖਣ ਦਾ ਬਹੁਤ ਧੰਨਵਾਦ। ਅਤੇ ਜਾਣ ਤੋਂ ਪਹਿਲਾਂ ਮੈਂ ਨਾਂ ਪੜ੍ਹ ਦਿੰਦਾ ਜਿਨ੍ਹਾਂ ਨੇ ਮੇਰੇ ਨਾਲ ਸ਼ਾਮਲ ਹੋਏ ਮੇਰੇ ਪ੍ਰੋਗਰਾਮ 'ਚ। ਕਿਰਨ ਸ਼ੀਮਾਰ ਜੀ, ਕ੍ਰਿਸ਼ਨਾ ਜੀ, ਅਰਵਿੰਦ ਕਟਾਰੀਆ ਦਿੱਲੀ ਤੋਂ, ਬਹੁਤ ਧੰਨਵਾਦ ਤੁਹਾਡਾ। ਮਨਜੀਤ ਸ਼ੀਮਾਰ ਜੀ, ਸਤੀਸ਼ ਕੁਮਾਰ ਜੀ, ਸੰਦੀਪ ਸੁਮਨ ਜੀ, ਜੈ ਸਰੋਆ ਅਤੇ ਪ੍ਰਦੀਪ ਬੱਦਣ ਜੀ। ਸ਼ਾਇਦ ਹੋਰ ਵੀ ਹੁਣ, ਮੈਂ ਇੰਨੇ ਕੋਈ ਪੜ੍ਹ ਸਕਿਆ ਸਕਰੀਨ 'ਤੇ। ਸੋ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਹਾਂ। ਸੱਚਾ ਪਾਤਸ਼ਾਹ ਦਾ ਤਾਰ ਮੇਰਾ ਸਤਿਗੁਰੂ, ਮੇਰਾ ਦਾਤਾ ਤੁਹਾਡੇ 'ਤੇ ਮਿਹਰ ਕਰੇ, ਤੁਹਾਡੇ ਘਰਾਂ ਦੇ ਵਿੱਚ ਬਰਕਤਾਂ ਆਉਣ, ਪੜ੍ਹਾਈ ਆਵੇ ਤੁਹਾਡੇ ਘਰਾਂ ਦੇ ਵਿੱਚ, ਤੁਹਾਡੇ ਬੱਚੇ ਟੌਪ ਦੀਆਂ ਡਿਗਰੀਆਂ ਲੈਣ। ਸੋ ਇੰਨਾ ਕਹਿੰਦਾ ਹੋਇਆ ਮੈਂ ਆਪ ਜੀ ਤੋਂ ਇਜਾਜ਼ਤ ਜਾਂਦਾ ਹਾਂ, ਅਤੇ ਅਗਲੇ ਹਫ਼ਤੇ ਜ਼ਰੂਰ ਮਿਲਾਂਗੇ ਜੇ ਪਰਮਾਤਮਾ ਨੇ ਜ਼ਿੰਦਗੀ ਬਖਸ਼ੀ। ਜੈ ਗੁਰੂ।